ਸਤਿ ਸ਼੍ਰੀ ਅਕਾਲ। ਸਵਾਗਤ ਸਭ ਸੱਜਣਾਂ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਮੇਰੇ ਨਾਲ ਐਡਵੋਕੇਟ ਸੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ। ਮਿਹਰਬਾਨੀ ਸੁਰਿੰਦਰ ਜੀ। ਪੰਜਾਬ ਕੈਬਨਿਟ ਨੇ ਕਈ ਵੱਡੇ ਫੈਸਲੇ ਕੀਤੇ ਨੇ ਕਿ ਪੁਰਾਣੀ ਪੈਨਸ਼ਨ ਸਕੀਮ ਵਾਪਸ ਲਿਆਵਾਂਗੇ। ਹਿਮਾਚਲ ਅਤੇ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਕਈ ਦਾਅ ਖੇਡੇ ਨੇ ਤੇ ਇੱਧਰ ਕਿਸਾਨਾਂ ਨੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਸੀਲ ਕਰ ਦਿੱਤੀ ਹੈ। ਨਾਸੀ ਧੂੰਆਂ ਲਿਆਂਦਾ ਪਿਆ, ਉਹ ਵੀ ਕਾਰਨ ਹੈ। ਤੇ ਬੀਬੀ ਜਗੀਰ ਕੌਰ ਨੇ ਬਗਾਵਤ ਦਿਖਾਈ ਦਿੱਤੀ ਹੈ। ਪਹਿਲਾਂ ਪੇਸ਼ਕਸ਼ ਕੀਤੀ ਹੈ ਕਿ ਪ੍ਰਧਾਨ ਬਣਨ ਦਾ ਮੈਨੂੰ ਮੌਕਾ ਦਿਓ। ਹੁਣ ਪ੍ਰਧਾਨ ਸਾਹਿਬ ਸੁਖਬੀਰ ਬਾਦਲ ਕੀ ਫੈਸਲਾ ਲੈਂਦੇ ਨੇ, ਸਮੱਸਿਆ ਉਹਨਾਂ ਲਈ ਵੀ ਖੜੀ ਹੋ ਗਈ ਹੈ। ਨਵਜੋਤ ਬੈਂਸ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਸਮੱਸਿਆ ਖੜੀ ਕਰ ਦਿੱਤੀ ਹੈ ਤੇ ਡੇਰਾ ਸਿਰਸਾ ਦਾ ਮੁਖੀ ਆਨਲਾਈਨ ਪ੍ਰਚਾਰ ਕਰੀ ਜਾਂਦਾ। ਬੀਜੇਪੀ ਦੇ ਆਗੂ ਨਤਮਸਤਕ ਨੇ ਤੇ ਪੰਜਾਬ ਦੇ ਵਿੱਚ ਡੇਰਾ ਸਿਰਸਾ ਇੱਕ ਹੋਰ ਵੱਡਾ ਡੇਰਾ ਬਣਾ ਰਿਹਾ। ਕਈ ਸਰਕਮਸਟੈਂਸ ਨੇ ਤੇ ਦੇਸ਼ ਵਿਰੋਧੀ ਅਨਸਰਾਂ ਦੇ ਨਾਂ ਤੇ ਕੁਝ ਜਿਹੜੀ ਲੋਕ ਨੇ ਉਹਨਾਂ ਕੋਲੋਂ ਕਈ ਅਸਲਾ ਜਾਂ ਹੋਰ ਸਾਜੋ ਸਮਾਨ ਫੜਿਆ ਜਾ ਰਿਹਾ। 47 ਦਾ ਦੌਰ ਫਿਰ ਚਰਚਾ ਦੇ ਵਿੱਚ ਹੈ ਤੇ ਕ੍ਰਿਸਚੀਅਨਿਟੀ ਦੇ ਖਿਲਾਫ ਕਈ ਹੋਰ ਪ੍ਰਚਾਰ ਹੋ ਰਹੇ ਨੇ। ਨਨਜ਼ ਨੂੰ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਈਸਾ ਮਸੀਹ ਦੇ ਨਾਲ ਵਿਆਹੀਆਂ ਜਾ ਰਹੀਆਂ ਨੇ। ਈਸਾ ਮਸੀਹ ਦੇ ਨਾਂ 'ਤੇ ਨਨਜ਼ ਦਾ ਕੁਆਰੀਆਂ ਕ੍ਰਿਸਚੀਅਨ ਦਾ ਸ਼ੋਸ਼ਣ ਹੋ ਰਿਹਾ। ਕ੍ਰਿਸਚੀਅਨ ਦੇ ਖਿਲਾਫ ਏਜੰਡਾ ਕਾਫੀ ਵੱਧ ਰਿਹਾ। ਧਰਮ ਦੀ ਲੜਾਈ ਕਿਸ ਪਾਸੇ ਨੂੰ ਜਾ ਰਹੀ ਹੈ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਰਿੰਦਰ ਜੀ ਕਿ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਅੱਜ ਹੋਈ ਹੈ। ਜੁਮਾ 9 ਦਿਨ ਕਈ ਫੈਸਲੇ ਕੀਤੇ ਨੇ, ਜਿਸ ਦੌਰਾਨ ਪੁਰਾਣੀ ਪੈਨਸ਼ਨ ਵਾਪਸ ਇਹ ਯੋਜਨਾ ਬੜੀ ਵੱਡੀ ਪੱਧਰ ਸੀ। ਇੱਕ ਝਟਕੇ ਦੇ ਨਾਲ ਹੀ ਐਲਾਨ ਕਰ ਦਿੱਤਾ। ਸਰਕਾਰ 'ਤੇ ਵਜ਼ਨ ਬਹੁਤ ਪੈਣਾ ਇਸ ਦਾ, ਕੀ ਇਸ ਦਾ ਪੱਖ ਵੇਖਦੇ ਹੋ? ਹੋਰ ਕਈ ਫੈਸਲੇ ਕੀਤੇ ਨੇ ਕਿਉਂਕਿ ਮੁਲਾਜ਼ਮਤ ਨੇ ਇਹ ਐਲਾਨ ਕੀਤਾ ਸੀ ਕਿ ਚਲੋ ਹਿਮਾਚਲ ਚਲੋ, ਸ਼ਿਮਲੇ 'ਚ ਤੁਹਾਡੀ ਪੋਲ ਖੋਲਾਂਗੇ। ਦਵਾ ਕਈ ਪਾਸਿਓਂ ਸਰਕਾਰ ਨੂੰ, ਸੋ ਇਸ ਕਰਕੇ ਗੱਫੇ ਦੇਣ ਲੱਗੇ ਨੇ ਜੀ। ਸੁਰਿੰਦਰ, ਕੈਬਨਿਟ ਮੀਟਿੰਗ ਤੋਂ ਸ਼ੁਰੂਆਤ ਕਰਦੇ ਹਾਂ। ਪਹਿਲੀ ਗੱਲ ਤਾਂ ਜਿਹੜੀ ਪੁਰਾਣੀ ਪੈਨਸ਼ਨ ਯੋਜਨਾ ਉਹ ਲਾਗੂ ਕਰ ਦਿੱਤੀ ਆ। ਹਾਲਾਤ ਇਹ ਆ ਕਿ ਪਰਮਿੰਦਰ ਟਰੱਕ ਦਾ ਸਮਾਨ ਜਿਹੜਾ ਉਹ ਸਾਈਕਲ ਤੇ ਲੋਡ ਕਰਨ ਲੱਗੇ ਆ ਤੇ ਸਾਈਕਲ ਤੁਰਨਾ ਤਾਂ ਹੈ ਨਹੀਂ। ਚੱਕੇ ਜਿਹੜੇ ਉਹ ਗੋਲ ਹੋ ਜਾਣੇ ਆ, ਰੇੜਨਾ ਰੁੜਨਾ ਤਾਂ ਬੜੀ ਦੂਰ ਦੀ ਗੱਲ ਆ ਜੀ। ਠੀਕ ਆ, ਪਹਿਲਾਂ ਲਾਰੇ ਲਾਏ ਸੀ, ਅਗਲੇ ਕਹਿੰਦੇ ਸੀ ਕਰੋ ਹੁਣ ਲਾਗੂ, ਤੇ ਲਾਗੂ ਕਰਨੀ ਪੈ ਗਈ। ਹੁਣ ਪਤਾ ਨਹੀਂ ਅਜੇ ਲਾਗੂ ਕਰਨ ਦਾ ਐਲਾਨ ਹੀ ਕੀਤਾ, ਚੋਣਾਂ ਲੰਘਾ ਦੇਣ ਤੇ ਫਿਰ ਮੁੱਕਰ ਜਾਣ। ਸਿਆਸਤਦਾਨ ਦਾ ਮੁੱਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਹੈ ਜੀ। ਐਲਾਨ ਕਰ ਦਿੱਤਾ, ਐਲਾਨ ਕਰਕੇ ਕਿੱਦਾਂ ਤੋਂ ਲਾਗੂ ਕਰਦੇ ਅਜੇ ਕਿਹਾ ਨਹੀਂ ਜਾ ਸਕਦਾ। ਪਹਿਲੀਆਂ ਸਰਕਾਰਾਂ ਨੇ ਵੀ ਬੜਾ ਕੁਝ ਕੀਤਾ ਸੀ, ਪਰ ਪਰਮਿੰਦਰ ਚਲੋ ਠੀਕ ਆ, ਖੈਰ ਇਹਦੇ ਨਾਲ ਫੈਸਲੇ ਲਏ ਗਏ ਨੇ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੀ ਇਸ ਨੂੰ ਵਿਧਾਨ ਸਭਾ 'ਚ ਨਹੀਂ ਲਿਆਉਣਾ ਪਏਗਾ ਜਾਂ ਸਿਰਫ ਰਾਜਿਆਂ ਮਹਾਰਾਜਿਆਂ ਦਾ ਜ਼ਮਾਨਾ ਕਿ ਐਲਾਨ ਕਰ ਦਿੱਤਾ ਪੈਨਸ਼ਨ ਲੱਗੀ, ਐਲਾਨ ਕਰ ਦਿੱਤਾ ਬੰਦ? ਕਿਉਂਕਿ ਪਹਿਲਾਂ ਜਿਹੜਾ ਵਿਧਾਇਕਾਂ ਦੀ ਪੈਨਸ਼ਨ ਬੰਦ ਕਰਨ ਦਾ ਪੇਚ ਫਸਿਆ ਹੋਇਆ, ਮਤਾ ਪਾਸ ਹੋਣ ਤੋਂ ਬਾਅਦ ਵੀ ਰਾਜਪਾਲ ਤੋਂ ਬਾਅਦ ਰਾਸ਼ਟਰਪਤੀ, ਇਸ ਦੌਰਾਨ ਇਹ ਹੁਣ ਪੈਨਸ਼ਨ ਦੇ ਲਈ ਸੈਸ਼ਨ ਸੱਦਣਾ ਪਏਗਾ। ਪ੍ਰੋਟੋਕੋਲ ਕੀ ਕਹਿੰਦਾ? ਜਾਂ ਸਿਰਫ ਇਹ ਹੈ ਕਿ ਵਕਤੀ ਤੌਰ 'ਤੇ ਖੁਸ਼ੀ ਕਿ ਲੋਕ ਪੋਲ ਨਾ ਖੋਲ੍ਹਣ, ਸਰਕਾਰ ਦਾ ਮੁਲਾਜ਼ਮ ਵਿਰੋਧ ਨਾ ਕਰਨ, ਸਿਰਫ ਇਹੀ ਕਿ ਕੈਬਨਿਟ 'ਚ ਐਲਾਨ ਕਰ ਦਿਓ, ਫਿਰ ਉਸ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਵੀ ਪ੍ਰੋਟੋਕੋਲ ਦੀ ਮੰਗ ਕਰਦਾ ਹੈ, ਫਿਰ ਫਾਈਲ ਰਾਜਪਾਲ ਕੋਲ ਜਾਣੀ ਹੈ, ਫਿਰ ਰਾਸ਼ਟਰਪਤੀ ਕੋਲ ਜਾਣੀ ਹੈ। ਕਾਨੂੰਨ ਦਾ ਮਸਲਾ ਹੈ, ਕਈ ਪੇਚੀਦਗੀਆਂ ਨੇ। ਸਿਰਫ ਐਲਾਨ ਦੇ ਕੇ ਕੱਲ੍ਹ ਨੂੰ ਇਸ਼ਤਿਹਾਰ ਹੋਰ ਛਪ ਜਾਣਾ ਕਿ ਪੈਨਸ਼ਨ ਯੋਜਨਾ ਲਾਗੂ, ਪਰ ਲਾਗੂ ਹੋਣੀ ਕਿੱਥੇ ਹੈ? ਵਿਧਾਇਕਾਂ ਦੀ ਪੈਨਸ਼ਨ ਬੰਦ ਹੋ ਗਈ ਕਿ ਨਹੀਂ ਜੀ? ਪਰਮਿੰਦਰ ਦੇਖੋ, ਪੁਰਾਣੀ ਪੈਨਸ਼ਨ ਯੋਜਨਾ ਦਾ ਵਾ ਕੈਬਨਿਟ ਨੇ ਪਾਸ ਕੀਤਾ। ਕੈਬਨਿਟ ਦਾ ਪਾਸ ਕੀਤਾ ਫੈਸਲਾ ਜਿਹੜਾ ਉਹ ਫੈਸਲਾ ਨਹੀਂ ਹੁੰਦਾ, ਵਿਧਾਨ ਸਭਾ 'ਚ ਜਾਏਗਾ, ਵਿਧਾਨ ਸਭਾ 'ਚ ਪਾਸ ਹੋਏਗਾ, ਬਹੁਮਤ ਪਾਸ ਕਰ ਦੇਣਗੇ। ਜਦੋਂ ਜਾਏਗਾ ਗਵਰਨਰ ਕੋਲੇ, ਗਵਰਨਰ ਇੱਕੋ ਹੀ ਗੱਲ ਕਹੇਗਾ ਕਿ ਤੁਸੀਂ ਦਿਖਾਓ ਕਿ ਇਹ ਪੁਰਾਣੀ ਪੈਨਸ਼ਨ ਯੋਜਨਾ ਜਿਹੜੀ ਲਾਗੂ ਕੀਤੀ ਹੈ ਦੇਣੀ ਕਿੱਥੋਂ ਆ, ਤੁਹਾਡੀ ਜੇਬ 'ਚ ਕੁਝ ਹੈਗਾ ਕਿ ਨਹੀਂ ਹੈਗਾ। ਹੁਣ ਉੱਥੇ ਪੰਜਾਬ ਸਰਕਾਰ ਨੂੰ ਦੱਸਣਾ ਪਏਗਾ ਕਿ ਅਸੀਂ ਕਰਜ਼ਾ ਚੱਕ ਕੇ ਦੇਣੀ ਆ ਕਿ ਜਾਂ ਸਾਡੇ ਕੋਲ ਕੁਝ ਹੈਗਾ, ਜਾਂ ਆਂਢੀਆਂ ਗੁਆਂਢੀਆਂ ਤੋਂ ਮੰਗਣਾ, ਜਾਂ ਗਵਰਨਰ ਨੂੰ ਕਹਿਣਗੇ ਜਾਓ ਦਿੱਲੀੋਂ ਤੁਸੀਂ ਲਿਆ ਕੇ ਦੇ ਦਿਓ ਜੀ, ਸਾਡੇ ਕੋਲ ਤਾਂ ਬਚਿਆ ਕੁਝ ਨਹੀਂ ਹੈ। ਇਸ ਕਰਕੇ ਗਵਰਨਰ ਦਿੱਲੀ ਦਾ ਨੁਮਾਇੰਦਾ ਹੈ ਤੇ ਗਵਰਨਰ ਨੇ ਪੁੱਛਣਾ ਹੀ ਪੁੱਛਣਾ। ਇਹ ਪੇਚ ਗਵਰਨਰ ਕੋਲੇ ਵੀ ਫਸਣਾ ਤੇ ਇਹ ਪੇਚ ਬਾਅਦ 'ਚ ਜਾ ਕੇ ਰਾਸ਼ਟਰਪਤੀ ਕੋਲੇ ਵੀ ਫਸਣਾ। ਇਸ ਕਰਕੇ ਪੇਚ ਫਸਣਾ। ਐਲਾਨ ਕਰਤਾ ਵਾ, ਐਲਾਨ ਇਸ ਕਰਕੇ ਕੀਤਾ ਕਿਉਂਕਿ ਹਿਮਾਚਲ ਸੀ ਤੇ ਮੁਲਾਜ਼ਮ ਕਹਿੰਦੇ ਅਸੀਂ ਹਿਮਾਚਲ ਵੱਲ ਨੂੰ ਚਾਲੇ ਪਾਉਣ ਲੱਗੇ ਆ। ਹੁਣ ਚਾਲੇ ਪਾਉਣ ਤੋਂ ਰੋਕਣਾ ਸੀ ਤੇ ਰੋਕਣ ਲਈ ਐਲਾਨ ਕਰ ਦਿੱਤਾ। ਪਰ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਬੜੀ ਲੰਬੀ ਆ, ਇਹ ਏਡਾ ਸੌਖਾ ਨਹੀਂ ਹੈ। ਜਦੋਂ ਇਹ ਸੱਤਾ 'ਚ ਨਹੀਂ ਸੀ ਆਏ ਉਦੋਂ ਇਹਨਾਂ ਨੇ ਲਾਰੇ ਲਾਏ ਸੀਗੇ, ਵਾਅਦੇ ਕੀਤੇ ਸੀ। ਹੁਣ ਉਹ ਕਹਿੰਦੇ ਸੀ ਵਾਅਦੇ ਪੂਰੇ ਕਰੋ, ਤੇ ਵਾਅਦੇ ਪੂਰੇ ਕਰ ਲਈ, ਫਿਰ ਪ੍ਰੋਪਰ ਚੈਨਲ ਤਾਂ ਚੱਲਣਾ ਪੈਣਾ ਕਿਉਂਕਿ ਕਾਨੂੰਨ ਨਾਮ ਦੀ ਚੀਜ਼ ਤਾਂ ਕੋਈ ਹੈਗੀ ਆ ਨਾ। ਜੇ ਕਹਿ ਦੋ ਕਿ ਬਗੈਰ ਕਾਨੂੰਨ ਤੋਂ ਤੁਸੀਂ ਸਾਰਾ ਕੁਝ ਚਲਾ ਲਓਗੇ, ਕੈਬਨਿਟ ਨੇ ਕਹਿ ਦਿੱਤਾ ਤੇ ਲਾਗੂ ਹੋ ਗਿਆ, ਲਾਗੂ ਹੋਣ ਨਾਲ ਨਹੀਂ ਪਰਮਿੰਦਰ।
ਗੱਲਾਂ ਜ਼ਬਾਨੀ ਜਮ੍ਹਾਂ ਘਟਾਓ ਕਰਨ ਨਾਲ ਕਦੀ ਸਰਕਾਰਾਂ ਨਹੀਂ ਚੱਲਦੀਆਂ। ਸਰਕਾਰਾਂ ਚਲਾਉਣੀਆਂ, ਕਾਇਦਾ ਕਾਨੂੰਨ ਚਾਹੀਦਾ, ਬਜਟ 'ਚ ਪੈਸਾ ਚਾਹੀਦਾ ਜਿੱਥੋਂ ਦੇਣਾ। ਇਹ ਸਾਰਾ ਕੁਝ ਹੋਏਗਾ ਤਦ ਚੱਲੇਗਾ, ਅਦਰਵਾਈਜ਼ ਨਹੀਂ ਚੱਲ ਸਕਦਾ। ਹੁਣ ਇਹ ਕੀ ਕਰਨਗੇ, ਆਪਣੇ ਗਲੋਂ ਲਾਤਾ, ਕੱਲ ਨੂੰ ਗਵਰਨਰ ਦੇ ਗਲ ਪਾਉਣਗੇ। ਦੇਖੋ ਜੀ, ਗਵਰਨਰ ਮਨਜ਼ੂਰੀ ਨਹੀਂ ਦਿੰਦਾ, ਗਵਰਨਰ ਕਹੇਗਾ ਕਿ ਮੈਨੂੰ ਦੱਸੋ ਤੁਹਾਡੇ ਕੋਲ ਹੈ ਕੀ ਆ। ਉਹਦੇ ਬਾਅਦ ਰਾਸ਼ਟਰਪਤੀ ਕੋਲ ਜਾਏਗਾ, ਜੇ ਗਵਰਨਰ ਪਾਸ ਕਰ ਦੇਗਾ ਤੇ ਰਾਸ਼ਟਰਪਤੀ ਫਿਰ ਇਹੀ ਕੁਝ ਪੁੱਛੇਗਾ, ਜਾਂ ਉੱਥੇ ਪੇਚ ਪਾ ਜੂਗਾ। ਇਹ ਕਹਿਣਗੇ ਜੀ ਦੇਖੋ ਜੀ ਅਸੀਂ ਤੇ ਕਰ ਦਿੱਤਾ। ਹੁਣ ਤਾਂ ਇਹ ਗਵਰਨਰ ਸਾਹਿਬ ਨੇ ਪਹਿਲਾਂ ਪੇਚ ਫਸਾਇਆ ਸੀ, ਹੁਣ ਰਾਸ਼ਟਰਪਤੀ ਸਾਹਿਬ ਨੇ ਫਸਾਤਾ। ਜਦੋਂ ਕਿ ਪ੍ਰਮੁੱਖ, ਜਦੋਂ ਤੁਹਾਡੇ ਪੱਲੇ ਹੀ ਕੁਝ ਨਹੀਂ, ਤੁਸੀਂ ਦਿਹਾੜੀ ਦੇ, ਤੁਹਾਡੀ ਹਾਲਾਤ ਇਹ ਆ ਕਿ ਤੇਲ ਪਾਉਣਾ ਤਾਂ ਉਧਾਰ ਮੰਗ ਲੈ, ਘਰੇ ਸੌਦਾ ਲਿਜਾਣਾ ਤਾਂ ਉਧਾਰ ਮੰਗ ਲੈ, ਕੱਪੜਾ ਖਰੀਦਣਾ ਤਦ ਉਧਾਰ ਮੰਗ ਲੈ। ਤੁਸੀਂ ਤਾਂ ਸਵੇਰ ਤੋਂ ਸ਼ਾਮ ਤੱਕ ਉਧਾਰ ਤੇ ਸਾਰਾ ਕੁਝ ਚਲਾਉਣ ਡਏ ਹੋਏ। ਇਸ ਤਰ੍ਹਾਂ ਕਿੱਦਾਂ ਚੱਲੇਗਾ? ਕਈ ਵਾਰੀ 2-2 ਮਹੀਨੇ ਤੁਹਾਡੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ। ਪੈਨਸ਼ਨ ਵਾਲੀ ਗੱਲ ਤਾਂ ਬੜੀ ਦੂਰ ਦੀ ਆ, ਐਮਐਲਏ ਨੂੰ ਨਹੀਂ ਮਿਲਦੀ ਹੁੰਦੀ ਆ। ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਐਮਐਲਏ ਨੂੰ ਤਨਖਾਹ ਨਹੀਂ ਮਿਲਦੀ, ਵਜ਼ੀਰਾਂ ਨੂੰ ਨਹੀਂ ਮਿਲਦੀ, ਫਿਰ ਸਾਰੇ ਚੁੱਪ। ਹਾਲਾਤ ਤੇ ਇਹ ਜਿਸ ਤਰ੍ਹਾਂ ਦੇ ਨੇ। ਪਰ ਹੁਣ ਜਿਸ ਤਰ੍ਹਾਂ ਇਹ ਅਕਤੂਬਰ ਮਹੀਨੇ ਤੋਂ ਐਲਾਨ ਕਰ ਦਿੱਤਾ ਕਿ ਜਿਹੜਾ 6ਵਾਂ ਤਨਖਾਹ ਕਮਿਸ਼ਨ ਹੈ ਉਸ ਦੀਆਂ ਰਿਪੋਰਟਾਂ, ਜਾਣੀ ਕਿ ਅਕਤੂਬਰ ਤੋਂ 1 ਅਕਤੂਬਰ ਤੋਂ 6% DA ਦੇਣ ਦਾ ਵੀ ਐਲਾਨ ਕਰ ਦਿੱਤਾ। ਇਹਦੇ ਨਾਲ ਹੋਰ ਕਈ ਸੰਸਥਾਵਾਂ 'ਤੇ, ਉਹ ਭਾਵੇਂ DAV ਦੀਆਂ ਨੇ, ਭਾਵੇਂ ਉਹ SGPC ਦੀਆਂ ਨੇ, ਜਿਹੜੀਆਂ ਸੈਮੀ ਗਵਰਨਮੈਂਟ ਨੇ, ਉਹਨਾਂ 'ਤੇ ਵੀ ਅਸਰ ਪਏਗਾ। ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ 6% DAV ਦੇਣ ਦਾ ਐਲਾਨ ਕੀਤਾ। ਦੀਵਾਲੀ ਕਹਿੰਦੇ ਧੂਮਧਾਮ ਨਾਲ ਮਨਾਓ, ਪਰ ਸਥਿਤੀ ਕੀ ਹੈ? ਇੱਕ ਰਿਪੋਰਟ ਹੈ ਕੰਪਟਰੋਲਰ ਐਂਡ ਐਡੀਟਰ ਜਨਰਲ, ਜਿਹਨੂੰ ਕੈਗ ਕਹਿੰਦੇ ਆ, ਕੇਂਦਰ ਸਰਕਾਰ ਦਾ। ਸੁਰਿੰਦਰ ਬਾਈ ਜੀ, ਇਹ ਅਦਾਰਾ ਹੈ, ਇਹ ਅਦਾਰੇ ਦੀ ਰਿਪੋਰਟ ਬਹੁਤ ਮਾਅਨੇ ਰੱਖਦੀ ਹੈ। ਇਸ ਦੌਰਾਨ ਕੈਗ ਦੀ ਰਿਪੋਰਟ ਨੇ ਹਾਇਰ ਐਜੂਕੇਸ਼ਨ ਵਿਭਾਗ ਦੀ ਪਰਫਾਰਮੈਂਸ ਜਾਰੀ ਕੀਤੀ ਹੈ ਕਿ ਪੰਜਾਬ ਦੇ ਵਿੱਚ 10 ਸਾਲਾਂ ਦੇ ਵਿੱਚ ਕਾਲਜ 14% ਵੱਧ ਗਏ ਨੇ। 10 ਸਾਲਾਂ 'ਚ ਪੰਜਾਬ ਦੇ ਵਿੱਚ ਕਾਲਜਾਂ ਦੀ ਤਾਦਾਦ 14% ਵੱਧ ਗਈ ਹੈ, ਪਰ ਵਿਦਿਆਰਥੀ 28% ਘਟ ਗਏ ਨੇ। ਕਾਲਜ 14% ਵੱਧ ਗਏ ਨੇ ਅਤੇ ਵਿਦਿਆਰਥੀ 28% ਘਟ ਗਏ ਨੇ। ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ, ਆਪਣਾ ਕੋਰਸ ਪੂਰਾ ਕਰਨ ਨੂੰ ਲੈ ਕੇ, ਜਾਂ ਆਪਣੀ ਪੀਰੀਅਡ ਪੂਰਾ ਕਰਨ ਨੂੰ ਲੈ ਕੇ ਮਾਰਾਮਾਰੀ ਹੈ। ਪ੍ਰਿੰਸੀਪਲ ਕੀ, ਸਟਾਫ ਕੀ, ਵਿਦਿਆਰਥੀਆਂ ਦੇ ਘਰੇ ਰਿਸ਼ਤੇਦਾਰਾਂ ਤੱਕ ਫੋਨ ਕਰਦੇ ਨੇ। ਵਿਦਿਆਰਥੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਮੈਨੂੰ ਯਾਦ ਹੈ ਕਥੂਰੀਆ ਸਾਹਿਬ ਸੀਗੇ, ਕਹਿੰਦੇ ਪੋਲੀਟੀਕਲ ਔਨਰ ਲੈ ਲਓ ਜਦੋਂ ਅਸੀਂ ਮਹਿੰਦਰਾ 'ਚ ਦਾਖਲ ਹੋਏ। ਅਸੀਂ ਹੁਣ ਪੁੱਛੇ ਵੀ ਔਨਰ ਲੈ ਕੇ ਕੀ ਕਰਾਂਗੇ? ਕਹਿੰਦੇ ਬਸ ਤੁਸੀਂ ਲੈਣਾ, ਨੰਬਰ ਅਸੀਂ ਵਾਧੂ ਲਾ ਦੇਣੇ ਆ। ਉਹ ਸਿਲਸਿਲਾ ਅਸੀਂ ਵੀ ਹੰਢਾਇਆ ਕਿਉਂਕਿ ਪੋਲੀਟੀਕਲ ਔਨਰ ਸ਼ੁਰੂ ਹੋਇਆ ਸੀ ਉੱਥੇ। ਇਸੇ ਤਰ੍ਹਾਂ ਹੁਣ ਬਹੁਤ ਸਾਰੇ ਕੋਰਸ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ, ਕਾਲਜਾਂ ਦੇ ਵਿੱਚ ਬੱਚੇ ਆਉਂਦੇ ਨਹੀਂ, ਉਹਨਾਂ ਕੋਰਸਾਂ ਦੇ ਵਿੱਚ ਦਾਖਲਿਆਂ ਦੇ ਲਈ ਅਧਿਆਪਕਾਂ 'ਚ ਪਹਿਲਾਂ ਹੀ ਮਾਰਾਮਾਰੀ ਹੈ, ਪ੍ਰੋਫੈਸਰਾਂ 'ਚ। ਇਸ ਸਿਲਸਿਲੇ ਵਿੱਚ ਸੂਬੇ ਦੇ ਵਿੱਚ 2010-11 ਦੇ ਵਿੱਚ 973 ਕਾਲਜ ਸੀਗੇ। 2019-20 ਦੇ ਵਿੱਚ ਇਹ ਵੱਧ ਕੇ 1111 ਹੋ ਗਏ। ਇਸ ਸੰਬੰਧੀ 14% ਪੰਜਾਬ ਦੇ ਕਾਲਜਾਂ ਦੇ ਵਿੱਚ ਇਜ਼ਾਫਾ ਹੋ ਗਿਆ, ਪਰ ਵਿਦਿਆਰਥੀ 28% ਘਟ ਗਏ। ਕੁਝ ਪਾਸ ਨਹੀਂ ਹੁੰਦੇ ਅਤੇ ਕੁਛ ਉਸ ਤੋਂ ਬਾਅਦ ਜਿਹੜਾ ਉਹ ਹਾਇਰ ਐਜੂਕੇਸ਼ਨ ਤੋਂ ਰੁਝਾਨ ਟੁੱਟ ਗਿਆ, ਲੋਕ ਵਿਦੇਸ਼ ਨੂੰ ਜਾਂਦੇ ਨੇ। +2 ਤੋਂ ਬਾਅਦ ਬੱਚੇ ਵਿਦੇਸ਼ ਜਾ ਰਹੇ ਨੇ। ਪੰਜਾਬ ਦੇ ਵਿੱਚ ਇਹ ਜਿਹੜੀ ਰਿਪੋਰਟ ਹੈ ਕਿ 2011 ਦੇ ਵਿੱਚ 973 ਕਾਲਜ ਸੀ ਅਤੇ 2020 ਦੇ ਵਿੱਚ 1111 ਹੋ ਗਏ। 1 ਲੱਖ ਪੰਜਾਬੀਆਂ ਦੇ ਪਿੱਛੇ 29 ਤੋਂ 35 ਕਾਲਜ ਨੇ। ਲੋਕ ਹੁਣ ਕਹਿੰਦੇ ਨੇ ਜੀ ਸਰਕਾਰ ਨੇ ਕਾਲਜ ਨਹੀਂ ਬਣਾਏ, ਅਸੀਂ ਤਾਂ ਨਹੀਂ ਪੜ੍ਹ ਸਕਦੇ। ਕਾਲਜਾਂ ਦੀ ਸੰਖਿਆ 14.18% ਵਧੀ ਹੈ ਅਤੇ ਕਾਲਜਾਂ ਦੇ ਵਿੱਚ ਡੈਂਸਿਟੀ ਹੈ ਜਿਹੜੀ ਉਹ 20.69% ਵੱਧ ਗਈ ਹੈ। ਲੇਕਿਨ ਹਕੀਕਤ ਇਹ ਹੈ ਕਿ ਕਾਲਜਾਂ ਦੇ ਵਿੱਚ ਦਾਖਲੇ 10 ਸਾਲਾਂ ਦੇ ਵਿੱਚ 28% ਘਟ ਗਏ ਨੇ। ਨੋ ਨੌਲੇਜ ਵਿਦਾਊਟ ਕਾਲਜ, ਨੋ ਲਾਈਫ ਵਿਦਾਊਟ ਵਾਈਫ। ਹੁਣ ਜਦੋਂ ਕਾਲਜ ਹੀ ਨਹੀਂ, ਫਿਰ ਨੌਲੇਜ ਕਿੱਥੋਂ ਆਉਣੀ ਹੈ? ਕਾਲਜ ਹੈਗੇ ਨੇ ਪਰ ਵਿਦਿਆਰਥੀ ਨਹੀਂ। ਤਰਾਸਦੀ ਇਹ ਹੈ ਪੰਜਾਬ ਦੇ ਵਿੱਚ ਕਾਲਜਾਂ ਦੇ ਵਿੱਚ ਕੇਵਲ 3 ਨੂੰ ਹੀ ਨੈਕ ਦੀ ਰੈਂਕਿੰਗ ਮਿਲੀ ਹੈ। ਪੰਜਾਬ ਦੇ 3 ਕਾਲਜਾਂ ਨੂੰ ਨੈਕ ਦੀ ਰੈਂਕਿੰਗ ਮਿਲ ਪਈ ਹੈ, ਬਾਕੀ ਸਭ ਜਿਵੇਂ ਉਹ ਇੱਕ ਮਾਤਾ ਦਾ ਮਾਲ ਨਹੀਂ। ਪੰਜਾਬ ਦੇ ਵਿੱਚ ਇੱਕ ਪਟਿਆਲੇ 'ਚ ਸਕੂਲ ਆ, ਉਹਨੂੰ ਭੇਡਾਂ ਦਾ ਵਾੜਾ ਵੀ ਕਹਿੰਦੇ ਨੇ। ਸਕੂਲ ਬਹੁਤ ਅੱਛਾ, NPS ਸਕੂਲ ਨਿਊ ਪਾਵਰ ਕਲੋਨੀ। ਸੋ ਇਸ ਦੌਰਾਨ ਬਾਕੀ ਜਿਹੜੀਆਂ ਦਿੱਕਤਾਂ ਦੇ ਕਾਰਨ ਰੈਂਕਿੰਗ ਦੇ ਵਿੱਚ ਬੈਚ ਮਾਰ ਕੇ ਪੂਰੇ ਨਹੀਂ ਕਰ ਪਾਉਂਦੇ, ਕਿਉਂਕਿ ਲੋੜੀਂਦਾ ਸਟਾਫ ਨਹੀਂ ਹੈ, ਲੋੜੀਂਦੇ ਗਰਾਊਂਡ ਨਹੀਂ ਹੈ, ਬਿਲਡਿੰਗਸ ਨਹੀਂ ਹੈ, ਇਨਫਰਾਸਟਰਕਚਰ ਨਹੀਂ ਹੈ। ਇਸ ਸੰਬੰਧੀ ਕੈਗ ਨੇ 2015 ਤੋਂ 2020 ਤੱਕ ਸਟੇਟ ਮੈਰਿਟ ਸਕਾਲਰਸ਼ਿਪ ਸਕੀਮ ਦੇ ਵਿੱਚ 632 ਸਟੂਡੈਂਟ ਨੂੰ ਲਾਭ ਦਿੱਤਾ। ਇਹਦੇ 'ਤੇ 7 ਲੱਖ ਖਰਚ ਹੋਇਆ, ਜਦੋਂ ਕਿ ਉਕਤ ਅਵਧੀ ਦੇ ਦੌਰਾਨ, ਉਕਤ ਵਕਫੇ ਦੇ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ 3,36,624 ਸਟੂਡੈਂਟ ਨੂੰ ਲਾਭ ਦਿੱਤਾ ਗਿਆ, ਜਿਸ 'ਤੇ 702 ਕਰੋੜ
ਸਕੋਲਰਸ਼ਿਪ ਸਕੀਮ ਦਾ, ਜਿਹਦੇ 'ਚ ਨਾਭੇ ਵਾਲਾ ਵਜ਼ੀਰ ਵੀ ਹੱਥ ਰੰਗ ਗਿਆ, ਧਰਮਸੋਤ ਸਾਹਿਬ 702 ਕਰੋੜ ਰੁਪਈਆ ਉਸ 'ਤੇ ਵੀ ਦਿੱਤਾ ਗਿਆ, ਬਾਵਜੂਦ ਇਸ ਦੇ ਬੱਚੇ ਫਿਰ ਘਟ ਰਹੇ ਨੇ। ਸੋ ਜਿਸ ਕਰਕੇ ਪੰਜਾਬ ਦੀ ਐਜੂਕੇਸ਼ਨ ਦੇ ਵਿੱਚ ਸੁਧਾਰ ਦੀ ਕੋਈ ਉਮੀਦ ਨਹੀਂ ਹੈ। ਹਕੀਕਤ ਇਹ ਵੀ ਹੈ ਕਿ 33 ਪੰਜਾਬ ਦੀਆਂ ਸਬ ਡਿਵੀਜ਼ਨਾਂ ਦੇ ਵਿੱਚੋਂ ਕੇਵਲ 17 ਕਾਲਜ ਨੇ, ਬਾਕੀ ਸਭ ਪ੍ਰਾਈਵੇਟ ਮਾਲ ਹੈ। 33 ਸਬ ਡਿਵੀਜ਼ਨਾਂ ਦੇ ਵਿੱਚੋਂ ਕੇਵਲ 17 ਸਬ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਕਾਲਜ ਨੇ, ਜਾਣੀ ਕਿ 16 ਸਬ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਕਾਲਜ ਨਹੀਂ ਹੈ, ਜਦੋਂ ਕਿ 10 ਸਬ ਡਿਵੀਜ਼ਨਾਂ ਦੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਹੈ। ਸੇ ਕੈਗ ਦੀ ਇਸ ਰਿਪੋਰਟ ਦੇ ਵਿੱਚ ਇਹ ਦਾਖਲਿਆਂ ਦੇ ਵਿੱਚ ਵਾਧਾ ਜਿਹੜਾ ਉਸ ਦੇ ਲਈ ਨਵੇਂ ਸਿਫਾਰਿਸ਼ਾਂ ਕਿਸ ਬਣਾ 'ਤੇ ਕੀਤੀਆਂ ਜਾਂਦੀਆਂ ਨੇ। ਕੰਪਟਰੋਲਰ ਐਂਡ ਐਡੀਟਰ ਜਨਰਲ ਨੇ ਮਾਰਚ 2021 ਤੋਂ ਲੈ ਕੇ ਅਗਸਤ 2020 ਤੱਕ ਇਹ ਜਿਹੜੀ ਰਿਪੋਰਟ ਦਿੱਤੀ ਹੈ ਕਿ ਪੰਜਾਬ ਦੇ ਵਿੱਚ 38 ਕਾਲਜਾਂ ਦਾ ਐਡਿਟ ਕੀਤਾ। ਇਸ ਐਡਿਟ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਰਾਜੀਵ ਗਾਂਧੀ ਯੂਨੀਵਰਸਿਟੀ ਸ਼ਾਮਲ ਰਹੀ ਹੈ। ਕੈਗ ਨੇ 2022 ਦੇ ਵਿੱਚ ਆਪਣੀ ਰਿਪੋਰਟ ਜਾਰੀ ਕਰਕੇ ਐਡਿਟ ਨੂੰ ਪੇਸ਼ ਕੀਤਾ ਹੈ, ਜਿਸ ਦੇ ਵਿੱਚ ਕੈਗ ਨੇ ਦੱਸਿਆ ਕਿ 7 ਸਬ ਡਿਵੀਜ਼ਨ ਅਜਿਹੇ ਨੇ ਜਿੱਥੇ ਕਾਲਜ ਹੀ ਉਪਲਬਧ ਨਹੀਂ ਹੈ। ਵਜ੍ਹਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਓਗ੍ਰਾਫੀਕਲ ਮੈਪਿੰਗ ਕਰਕੇ ਇਹ ਤੈਅ ਨਹੀਂ ਹੋਇਆ ਕਿ ਕਿੱਥੇ ਕਾਲਜ ਖੋਲ੍ਹਣਾ ਅਤੇ ਕਿੱਥੇ ਨਹੀਂ ਖੋਲ੍ਹਣਾ। ਯੂਨੀਵਰਸਿਟੀ ਬਣਾਉਣੀ ਹੈ, ਫਤਿਹਗੜ੍ਹ ਬਣਾਉਣੀ ਆ ਸਿੱਖਾਂ ਨੇ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਭਾਵੇਂ ਫੇਲ ਹੋ ਜਾਏ, ਜਾਣੀ ਕੋਈ ਜਿਓਗ੍ਰਾਫੀਕਲ ਭੂਗੋਲਕ ਸਰਵੇ ਨਹੀਂ ਕੀਤਾ ਗਿਆ ਕਿ ਵਿਦਿਆਰਥੀ ਕਿੱਥੇ ਨੇ, ਕਾਲਜ ਕਿੱਥੇ ਖੋਲ੍ਹੇ। ਸਿਰਫ ਆਪਣੀ ਸਹੂਲਤ ਮੁਤਾਬਕ ਕਾਲਜ ਖੋਲ੍ਹੇ ਗਏ ਨੇ। ਇਸ ਸੰਬੰਧੀ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਸਿਰਫ 3 ਸਰਕਾਰੀ ਕਾਲਜਾਂ ਨੂੰ ਨੈਕ ਦੀ ਰੈਂਕਿੰਗ ਹੈ। ਇਹਦੀ ਕਮੀ ਦੀ ਵਜ੍ਹਾ ਹੈ ਕਿ ਸੌਫਟ ਸਕਿੱਲ ਦੀ ਕਮੀ ਹੈ, ਅਧਿਆਪਕਾਂ ਦੀ ਕਮੀ ਹੈ, ਪ੍ਰੀ ਪਲੇਸ ਟ੍ਰੇਨਿੰਗ ਨਹੀਂ ਹੁੰਦੀ, ਇੰਡਸਟਰੀ ਦੇ ਨਾਲ ਸਰਕਾਰੀ ਕਾਲਜ ਲਿੰਕ ਨਹੀਂ ਹੈਗੇ, ਕਾਲਜਾਂ ਦੇ ਵਿੱਚ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੀ ਕਮੀ ਹੈ। ਸੋ ਕਾਲਜਾਂ ਦੇ ਵਿੱਚ ਮੋਨੀਟਰਿੰਗ ਅਤੇ ਐਜੂਕੇਸ਼ਨ ਲੈਵਲ ਦਾ ਸਿਸਟਮ ਨਹੀਂ ਹੈ, ਐਵੈਲੂਏਸ਼ਨ ਦਾ ਸਿਸਟਮ ਨਹੀਂ ਹੈ, ਜਿਸ ਕਰਕੇ ਸਿੱਖਿਆ ਦੇ ਵਿੱਚ ਬਰਾਬਰਤਾ, ਗੁਣਵੱਤਾ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਕਮੀ ਹੈ, ਜਿਸ ਕਰਕੇ ਇਹਨਾਂ ਨੂੰ ਨੈਕ ਦੀ ਰੈਂਕਿੰਗ ਨਹੀਂ ਮਿਲੀ। ਜੇ ਸਿਫਾਰਸ਼ਾਂ ਜਿਹੜੀਆਂ ਇਸ ਮੁਤਲਕ ਕੀਤੀਆਂ ਨੇ ਉਸ ਮੁਤਾਬਕ ਦੇਖਿਆ ਜਾਵੇ ਕਿ ਵੈਸੇ ਤਾਂ ਪੰਜਾਬ ਦੇ ਵਿੱਚ 49 ਵਿਦਿਆਰਥੀਆਂ ਦੇ ਵਾਸਤੇ ਇੱਕ ਟੀਚਰ ਹੈ, ਪਰ 20 ਸਟੂਡੈਂਟ ਲਈ ਇੱਕ ਜਿਹੜਾ ਟੀਚਰ ਹੋਣਾ ਚਾਹੀਦਾ ਹੈ। ਇਸ ਦੌਰਾਨ 2015 ਤੋਂ ਲੈ ਕੇ 2020 ਤੱਕ ਸਟੇਟ ਮੈਰਿਟ ਸਕਾਲਰਸ਼ਿਪ ਸਕੀਮਸ ਦੀ ਇਹ ਜਿਹੜਾ 7 ਲੱਖ ਖਰਚ ਕੀਤਾ ਗਿਆ, ਜਿਸ ਸਿਲਸਿਲੇ ਵਿੱਚ ਬਾਕੀ ਵਿਦਿਆਰਥੀਆਂ 'ਤੇ ਸਕਾਲਰਸ਼ਿਪ 'ਤੇ 702 ਕਰੋੜ ਰੁਪਏ ਨੇ ਖਰਚ ਕੀਤੇ ਗਏ ਨੇ। ਇਸ ਸੰਬੰਧੀ ਟੀਚਰਾਂ ਦੀਆਂ ਜਿਹੜੀਆਂ ਪੋਸਟਾਂ ਨੇ, ਇਸ ਦੇ ਵਿੱਚ 27 ਤੋਂ ਲੈ ਕੇ 54% ਤੱਕ ਅਹੁਦੇ ਖਾਲੀ ਪਏ ਨੇ। 27 ਤੋਂ 54% ਅਹੁਦੇ ਖਾਲੀ ਪਏ ਨੇ। ਤੁਸੀਂ ਐਜੂਕੇਸ਼ਨ ਦੇ ਕਾਫੀ ਕੰਮ ਕਰਦੇ ਹੋ ਕਿਉਂਕਿ ਭਤੀਜ ਕਾਲਜਾਂ 'ਚ ਨੇ। ਇਸ ਸਿਲਸਿਲੇ ਵਿੱਚ ਕਈ ਸਾਰੇ ਆਪਣੇ ਨਾਲ ਦੇ ਕਾਲਜਾਂ 'ਚ ਪ੍ਰੋਫੈਸਰ ਪ੍ਰਿੰਸੀਪਲ ਨੇ। ਸਥਿਤੀ ਪੰਜਾਬ ਦੀ ਇਹ ਹੈ ਕਿ 14% ਕਾਲਜ ਵੱਧ ਗਏ ਨੇ, 28% ਵਿਦਿਆਰਥੀ ਘਟ ਗਏ ਨੇ। ਵਿਦਾਊਟ ਜਿਓਗ੍ਰਾਫੀਕਲ ਸਰਵੇ ਕੀਤਿਆਂ ਜਿੱਥੇ ਜੀ ਆਇਆ ਕਾਲਜ ਖੋਲ੍ਹ ਦਿੱਤਾ। ਹੁਣ ਇਹਨਾਂ ਦੇ ਵਿੱਚ ਜਿਹੜਾ ਸਟਾਫ ਹੈ ਵੇ ਉਹਨੂੰ ਫਿਰ 6ਵਾਂ ਪੇ ਕਮਿਸ਼ਨ ਅਤੇ ਉਹਨੂੰ ਪੈਨਸ਼ਨਾਂ ਦੇ ਹਾਲਾਤ, ਐਜੂਕੇਸ਼ਨ ਲੈਵਲ ਹੈ ਕੀ ਸ਼ਬਦ ਗੁਰੂ ਦੀ ਧਰਤੀ ਦਾ, ਦੱਸੋ ਕਿਰਾਂ ਵਿਸਤਾਰ ਨਾਲ ਜੀ। ਪਰਮਿੰਦਰ, ਸਭ ਤੋਂ ਹਾਸੋਹੀਣੀ ਸਥਿਤੀ ਇਹ ਆ 15 ਸਾਲ ਸਰਕਾਰੀ ਕਾਲਜ 'ਚ ਪੜ੍ਹਾ ਕੇ ਇੱਕ ਪ੍ਰੋਫੈਸਰ ਉਹ ਬਾਅਦ 'ਚ ETT ਅਧਿਆਪਕ ਲੱਗ ਗਿਆ ਜਾ ਕੇ। ਇਹ ਤਰੱਕੀ ਹੈ। ਮੈਂ ਪੁੱਛਿਆ ਵੀ ਕਾਹਦੇ ਤੋਂ ਲੱਗੇ, ਕਹਿੰਦੇ ਜੀ 15 ਸਾਲ ਧੱਕੇ ਖਾ ਲਏ, ਉੱਥੇ ਬਣਿਆ ਕੱਖ ਨਹੀਂ। ਹੁਣ ਕਹਿੰਦਾ ਸਰਕਾਰੀ ਤੇ ਨੌਕਰੀ ਮਿਲ ਗਈ, ਭਾਵੇਂ ਮਾਸਟਰ ਦੀ ਮਿਲੀ ਆ। ਉੱਥੇ 10-15 ਹਜ਼ਾਰ ਤੇ ਸਾਈਨ ਕਰਾਉਂਦੇ ਆ, ਕਰੇ ਕਿ ਵੀ ਕੀ ਬੰਦਾ। ਮਤਲਬ ਤੁਸੀਂ ਦੇਖੋ ਕਿ ਉੱਥੇ 15,600 ਜਾਂ 21,600 ਤੇ ਵੱਧ ਤੋਂ ਵੱਧ 25 ਤੇ ਪਹੁੰਚੋਗੇ, ਇਸ ਤੋਂ ਵੱਧ ਕੋਈ ਨਹੀਂ। ਮਤਲਬ 15 ਸਾਲ ਜਦੋਂ ਕੋਈ ਕਾਲਜ 'ਚ ਪ੍ਰੋਫੈਸਰ ਪੜ੍ਹਾ ਕੇ ਉਹਨੂੰ ਪੱਕੇ ਹੋਣ ਦੀ ਕੋਈ ਉਮੀਦ ਨਹੀਂ ਹੈ ਤੇ ਉਹ ਜਾ ਕੇ ਸਕੂਲ ਦੇ ਵਿੱਚ ਮਾਸਟਰ ਲੱਗ ਜਾਵੇ ਸਰਕਾਰੀ 'ਚ, ਤੇ ਇਸ ਤੋਂ ਮਾੜੀ ਹਾਲਾਤ ਕੀ ਹੋ ਸਕਦੇ। ਇਹ ਸਾਡੇ ਐਜੂਕੇਸ਼ਨ ਦਾ ਸਿਸਟਮ ਆ। ਤੁਸੀਂ ਸਟੂਡੈਂਟਾਂ ਨੂੰ ਛੱਡ ਦਿਓ, ਸਟੂਡੈਂਟ ਕਿੱਥੇ ਆ? ਸਟੂਡੈਂਟ ਆਉਂਦਾ ਕਿ ਨਹੀਂ ਆਉਂਦਾ, ਸਟੂਡੈਂਟ ਸਕੂਲ ਤੋਂ ਬਾਅਦ ਕਾਲਜ ਜਾਂਦਾ ਜਾਂ ਸਟੂਡੈਂਟ ਵਿਦੇਸ਼ ਨੂੰ ਭੱਜ ਰਿਹਾ, ਉਹ ਬਾਅਦ ਦੀਆਂ ਗੱਲਾਂ ਨੇ। ਜਾਂ ਸਟੂਡੈਂਟ ਦੇ ਪੇਰੈਂਟਸ ਜਿਹੜੇ ਆ ਉਹ ਫੀਸ ਨਹੀਂ ਪੇ ਕਰ ਸਕਦੇ, ਇਸ ਕਰਕੇ ਸਟੂਡੈਂਟ ਜਿਹੜਾ ਉਹ ਹਾਇਰ ਐਜੂਕੇਸ਼ਨ 'ਚ ਨਹੀਂ ਜਾ ਰਿਹਾ, ਉਹ ਬਾਅਦ ਦੀਆਂ ਗੱਲਾਂ। ਪਰ ਅਧਿਆਪਕਾਂ ਦੀ ਆ, ਕਿਉਂਕਿ ਦੇਖੋ ਗੱਲ ਕੀ ਆ, ਹਰ ਵਿਅਕਤੀ ਕੀ ਚਾਹੁੰਦਾ। ਆਪਣੇ ਟਾਈਮ ਕੀ ਸੀ, ਕਹਿੰਦੇ ਜੀ ਵੀ ਜਿਹੜਾ ਪ੍ਰੋਫੈਸਰ ਸਾਨੂੰ ਪੜ੍ਹਾ ਰਿਹਾ ਯੂਨੀਵਰਸਿਟੀਆਂ 'ਚ, ਆਪਾਂ ਕਈ ਪ੍ਰੋਫੈਸਰਾਂ ਨੂੰ ਦੇਖਿਆ ਜਿਹੜੇ ਕਹਿੰਦੇ ਅਸੀਂ ਪਹਿਲਾਂ ਮਾਸਟਰ ਲੱਗੇ ਸੀ, ਮਾਸਟਰਾਂ ਤੋਂ ਬਾਅਦ ਅਸੀਂ ਪੜ੍ਹਦੇ ਹੌਲੀ ਹੌਲੀ ਅਸੀਂ ਕਾਲਜ 'ਚ ਆ ਗਏ, ਕਾਲਜ 'ਚ ਪ੍ਰੋਫੈਸਰ ਲੱਗ ਗਏ, ਅਸੀਂ ਕਾਲਜ ਤੋਂ ਨਿਕਲ ਕੇ ਅਸੀਂ ਯੂਨੀਵਰਸਿਟੀ ਤੱਕ ਪਹੁੰਚ ਗਏ। ਇੱਥੇ ਉਲਟਾ, ਇੱਥੇ ਅਗਲਾ ਸਭ ਤੋਂ ਪਹਿਲਾਂ ਪ੍ਰੋਫੈਸਰ ਲੱਗਦਾ ਤੇ ਫਿਰ ਉਹ ਥੱਲੇ ਨੂੰ ਆਉਂਦਾ। ਚਲੋ ਪ੍ਰੋਫੈਸਰ ਹੀ ਛੱਡ ਕੇ
ਕੋਈ ਲੈਕਚਰਾਰ ਲੱਗ ਜਾਂਦਾ ਸਕੂਲ 'ਚ, ਇਹ ਹੁੰਦਾ ਕਿ ਚਲੋ ਕੱਲ ਨੂੰ ਪ੍ਰਿੰਸੀਪਲ ਬਣੂ, ਪ੍ਰਿੰਸੀਪਲ ਬਣ ਕੇ ਡੀਓ ਬਣ ਜੂਗਾ, ਡੀਓ ਤੱਕ ਤਾਂ ਪ੍ਰਮੋਸ਼ਨ ਹੈਗੀ ਹੈ ਕਿ ਚਲੋ ਜ਼ਿੰਦਗੀ 'ਚ ਆਊਗਾ ਬਿਨਾਂ ਸਿੱਖਿਆ ਅਫਸਰ। ਹੁਣ ਪਰਮਿੰਦਰ, ਜਿਹੜਾ ਵਿਅਕਤੀ 15 ਸਾਲ ਦੀ ਪ੍ਰੋਫੈਸਰੀ ਦੇ ਬਾਅਦ ਜਾ ਕੇ ETT ਅਧਿਆਪਕ ਲੱਗਦਾ, ਉਹਦੀ ਹਾਲਤ ਕੀ ਆ, ਇਹ ਤੋਂ ਸਾਨੂੰ ਸਮਝ ਲੈਣਾ ਚਾਹੀਦਾ। ਇਸ ਕਰਕੇ ਪਰਮਿੰਦਰ ਦੇਖੋ, ਕਾਲਜਾਂ ਦੀ ਸੰਖਿਆ ਵਧਾਤੀ, ਤੁਸੀਂ ਗੱਲ ਇੱਥੇ ਕੀਤੀ ਭੇਡਾਂ ਵਾਲੇ ਵਾੜੇ ਦੀ, ਉਹ NPH ਤਾਂ ਬਾਅਦ 'ਚ ਬਣਿਆ, ਕਿਉਂਕਿ ਉਹ ਜਦੋਂ ਪ੍ਰੋਜੈਕਟ ਨਵੇਂ 'ਚ ਆ ਗਈ, ਉਹ ਕਲੋਨੀ ਸਰਕਾਰੀ ਢਾਹ ਦਿੱਤੀ ਗਈ, ਸਾਰੇ ਜਿਹੜੇ ਕੁਆਟਰ ਵਗੈਰਾ ਸੀਗੇ ਤੇ ਉਹ ਦੇ ਦਿੱਤੀ, ਜੇ ਟਾਟਾ ਨੂੰ ਸ਼ਾਇਦ ਦੇ ਦਿੱਤੀ, ਤੇ ਟਾਟਾ ਨੇ ਉਹਨਾਂ ਨੂੰ ਇੱਕ ਜਗ੍ਹਾ ਤੇ ਵਧੀਆ ਕਲੋਨੀ ਬੜਾ ਅੱਛਾ NPS ਬਹੁਤ ਵਧੀਆ ਸਕੂਲ ਬਣਿਆ ਹੋਇਆ, ਕੋਈ ਦੋ ਰਾਮ ਨਹੀਂ। ਪਰ ਹੁਣ ਜਿਸ ਤਰ੍ਹਾਂ ਲੋੜੀਂਦਾ ਸਟਾਫ ਨਹੀਂ ਹੈ, ਐਵੈਲੂਏਸ਼ਨ ਨਹੀਂ ਹੋ ਰਹੀ, ਪਲੇਸਮੈਂਟ ਨਹੀਂ ਹੋ ਰਹੀ, ਇਨਫਰਾਸਟਰਕਚਰ ਨਹੀਂ ਹੈ, ਉਹ ਕਾਲਜ ਬਣਾਉਣ ਦਾ ਫਾਇਦਾ ਕੀ? ਇਹਦਾ ਮਤਲਬ ਬਹੁਤ ਸਾਰੇ ਪੋਲੀਟੀਕਲ ਲੋਕਾਂ ਨੇ ਕਾਲਜ ਬਣਾਏ ਨੇ। ਈਵਨ 33 ਦੇ ਵਿੱਚੋਂ 16 ਸਬ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਕਾਲਜ ਵੀ ਨਹੀਂ ਹੈ। ਇਹ ਜਿਹੜੇ ਹਾਲਾਤ ਇਹ ਹੈ ਕਿ 27 ਤੋਂ 54% ਪੋਸਟਾਂ ਖਾਲੀ ਪਈਆਂ ਨੇ, ਕੀ ਪ੍ਰਾਈਵੇਟ ਕੀ ਸਰਕਾਰੀ ਸਕੂਲ। ਉਹ ਕਾਲਜ ਬਣਾਉਣ ਦਾ ਫਾਇਦਾ ਕੀ ਹੈ? ਉਹ ਸਿਰਫ ਇੱਕ ਬਿਲਡਿੰਗਾਂ ਖੜ੍ਹੀਆਂ ਨੇ। ਇਸ ਦੌਰਾਨ 28% ਵਿਦਿਆਰਥੀ ਘਟ ਗਏ ਨੇ 10 ਸਾਲਾਂ 'ਚ। ਮਤਲਬ ਇਹ ਬ੍ਰੇਨ ਡਰੇਨ ਹੈ। 10ਵੀਂ ਤੋਂ ਬਾਅਦ ਰਹਿੰਦਾ ਕੋਈ ਨਹੀਂ, 12ਵੀਂ ਤੋਂ ਬਾਅਦ ਰਹਿੰਦਾ ਕੋਈ ਨਹੀਂ। ਇਹ ਵੀ ਇੱਕ ਕਾਰਨ ਹੈ। ਹਾਇਰ ਐਜੂਕੇਸ਼ਨ ਦਾ ਜਿਹੜਾ ਬੈਚਲਰ ਦਾ, BA ਦਾ, MA ਦਾ, MSc ਦਾ, ਉਹ ਜਿਹੜੀ ਸਕਿੱਲ ਹੈ ਉਹ ਸਾਰੀ ਖਤਮ ਹੋ ਰਹੀ ਹੈ, ਕਿਉਂਕਿ ਆਊਟਪੁੱਟ ਕੁਛ ਨਹੀਂ ਹੈ। ਇਸ ਦੌਰਾਨ ਇਹ ਜਿਹੜਾ ਹੁਣ ਸਰਕਾਰ ਨੇ ਫੈਸਲੇ ਕੀਤੇ ਨੇ, ਥੋੜ੍ਹਾ ਆਪਾਂ ਇਸ ਤੋਂ ਬਾਅਦ ਇਹਨੂੰ ਕੰਪਲੀਟ ਕਰਕੇ ਜੇ ਆਪਾਂ ਇਸ ਫੈਸਲਿਆਂ ਵੱਲ ਨੂੰ ਆਈਏ, ਅੱਜ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਕੈਬਨਿਟ ਨੇ ਕੀਤੇ ਨੇ, ਉਹਨਾਂ 'ਤੇ ਵੀ ਨਜ਼ਰਸਾਨੀ ਕਰਦੇ ਹਾਂ। ਅਤੇ ਨਵਜੋਤ ਸਿੰਘ ਸਿੱਧੂ ਆਖਰ ਫਿਰ ਪੇਸ਼ੀ 'ਤੇ ਨਹੀਂ ਗਏ ਬਿਮਾਰੀ ਦੀ ਵਜ੍ਹਾ ਨਾਲ, ਉਹ 'ਤੇ ਵੀ ਗੱਲਬਾਤ ਕਰਨੀ ਹੈ ਜੀ। ਕੰਪਲੀਟ ਕਰੋ ਇਸ ਇਸ਼ੂ ਨੂੰ ਜੀ। ਪਰਮਿੰਦਰ ਦੇਖੋ, SGPC ਦੇ ਕਾਲਜ ਫੇਲ ਕਿਉਂ ਹੋਏ? SGPC 'ਚ ਜਥੇਦਾਰਾਂ ਨੇ ਕੀ ਕੀਤਾ ਕਿ ਜਿਹੜਾ ਵੀ MLA ਜਾਂ ਮੰਤਰੀ ਸੀ, ਉਹਨੇ ਕਿਹਾ ਜੀ ਮੇਰੇ ਹਲਕੇ 'ਚ ਕਾਲਜ ਖੋਲ ਦਿਓ। 20 ਕਿਲੋਮੀਟਰ ਦੀ ਦੂਰੀ ਤੇ 5-5, 6-6 ਕਾਲਜ ਇਕੱਠੇ ਹੋ ਗਏ। ਹੁਣ 20 ਕਿਲੋਮੀਟਰ ਤੇ ਇੱਕ ਤਾਂ ਵਿਦੇਸ਼ ਨੂੰ ਰੁਝਾਨ ਨੌਜਵਾਨਾਂ ਦਾ ਵੱਧ ਗਿਆ, +2 ਤੋਂ ਬਾਅਦ ਹਰ ਇੱਕ ਜਾਣਾ ਚਾਹੁੰਦਾ, ਫਿਰ ਉਹ ਕਾਲਜ ਕਿੱਥੋਂ ਚੱਲਣੇ ਸੀ? ਹੁਣ ਜਿਸ ਕਾਲਜ 'ਚ ਸਟੂਡੈਂਟ 2 ਤੋਂ 250 ਤੱਕ ਆ, ਉਹ ਕਾਲਜ ਕਿੱਦਾਂ ਚੱਲੂਗਾ? ਇਹੀ ਹਾਲਾਤ ਯੂਨੀਵਰਸਿਟੀਆਂ ਨੇ ਕੀਤੀ। ਕੌਂਸਟੀਟਿਊਸ਼ਨ ਕਾਲਜ ਦੀ ਆਇਆ UGC ਵੱਲੋਂ ਪ੍ਰਪੋਜ਼ਲ ਆਈ ਯੂਨੀਵਰਸਿਟੀਆਂ ਨੂੰ ਕਿ ਕੌਂਸਟੀਟਿਊਸ਼ਨ ਕਾਲਜ ਜਿਹੜੇ ਉਹ ਖੋਲ੍ਹੋ। ਇਹਨਾਂ ਨੇ ਖੋਲ੍ਹ ਦਿੱਤੇ। ਉਹਨਾਂ ਕੌਂਸਟੀਟਿਊਸ਼ਨ ਕਾਲਜਾਂ ਦੀ ਹਾਲਾਤ ਇਹ ਆ ਕਿ ਉਹ ਵੀ ਚੱਲ ਨਹੀਂ ਪਾ ਰਹੇ, ਕਿਉਂਕਿ ਯੂਨੀਵਰਸਿਟੀ ਆਪ ਘਾਟੇ 'ਚ ਪਈਆਂ ਨੇ। ਉਹ ਕੌਂਸਟੀਟਿਊਸ਼ਨ ਕਾਲਜਾਂ ਨੂੰ ਛੱਡ ਕੇ ਪ੍ਰਾਈਵੇਟ ਕਾਲਜਾਂ 'ਚ ਜਾ ਰਹੇ ਨੇ ਵਿਦਿਆਰਥੀ। ਹਾਲਾਤ ਦੇਖੋ ਤੁਸੀਂ। ਯਾਨੀ ਕਿ ਇਹਨਾਂ ਕਿਹਾ ਕਿ ਬੈਕਵਰਡ ਏਰੀਆ 'ਚ ਆ, ਅਸੀਂ ਰੂਰਲ 'ਚ ਜਾ ਕੇ ਖੋਲ੍ਹਣੇ ਆ। ਰੂਰਲ 'ਚ ਖੋਲ੍ਹੋ, ਲੇਕਿਨ ਚੱਲ ਨਹੀਂ ਪਾ ਰਹੇ, ਕਿਉਂਕਿ ਉੱਥੇ ਪਰਮਾਨੈਂਟ ਪ੍ਰਿੰਸੀਪਲ ਨਹੀਂ, ਪਰਮਾਨੈਂਟ ਅਧਿਆਪਕ ਨਹੀਂ ਹੈ। ਜੋ ਸਰਕਾਰੀ ਕਾਲਜਾਂ ਦੀ ਆ ਕਿ ਚਲੋ ਜੀ ਠੇਕੇ ਤੇ ਬੈਠੋ, ਉਹੀ ਹਾਲਤ ਉੱਥੇ ਆ। ਇਸ ਕਰਕੇ ਉੱਥੇ ਸਟੂਡੈਂਟ ਜਾਣ ਲਈ ਤਿਆਰ ਨਹੀਂ ਹੈ। ਤੁਸੀਂ ਦੇਖੋ ਕਿ ਮੇਰੇ ਪਿੰਡ ਵਾਲਾ ਕਾਲਜ ਆ, ਉੱਥੇ ਹਾਲਤ ਕੀ ਆ। ਉਹਦਾ ਘਨੌਰ ਖੋਲਿਆ, ਉਹਦਾ ਕੀ ਆ? ਸਟੂਡੈਂਟ ਕਿੱਧਰ ਨੂੰ ਹੁੰਦੇ? ਕੋਈ ਰਾਜਪੁਰੇ ਨੂੰ ਭਜਦਾ, ਕੋਈ ਪਟਿਆਲੇ ਵਾਲੇ ਕਾਲਜ ਵੱਲ ਨੂੰ ਭਜਦਾ, ਉਧਰ ਫਤਿਹਗੜ੍ਹ ਸਾਹਿਬ ਕੀ ਆ। ਤੁਸੀਂ ਦੇਖੋ ਕਿ ਚੁੰਨੀ ਕਲਾਂ 'ਚ ਇਹਨਾਂ ਨੇ ਖੋਲ ਦਿੱਤਾ ਕੌਂਸਟੀਟਿਊਸ਼ਨ ਕਾਲਜ, ਉੱਥੇ ਸਟੂਡੈਂਟ ਜਾਣ ਲਈ ਤਿਆਰ ਨਹੀਂ ਆ। ਲੇਕਿਨ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀਆਂ ਜੋ ਸੀਟਾਂ ਫਿਰ ਭਰੀਆਂ ਜਾਂਦੀਆਂ ਨੇ, ਕੋਈ ਜਗ੍ਹਾ ਨਹੀਂ ਬਚਦੀ ਹੈ, ਜਿਹੜੇ ਬਚ ਜਾਂਦੇ ਉਹ ਜਾਂਦੇ ਨੇ ਉਸ ਚੁੰਨੀ ਕਲਾਂ ਕਾਲਜ ਦੇ ਵਿੱਚ। ਈਵਨ ਕਿ ਚੁੰਨੀ ਕਲਾਂ ਕਾਲਜ ਸਰਕਾਰੀ ਆ, ਉੱਥੇ ਫੀਸ ਨਾ ਮਾਤਰ ਆ। ਪਰ ਤੁਸੀਂ ਦੇਖੋ ਕਿ ਬੱਚੇ ਕੀ ਜਾਂਦੇ, ਬੱਚੇ ਕਹਿੰਦੇ ਕਿ ਜਿੱਥੇ ਸਟਾਫ ਪੂਰਾ, ਜਿੱਥੇ ਸਾਨੂੰ ਐਜੂਕੇਸ਼ਨ ਮੁਹੱਈਆ ਹੋ ਸਕਦੀ ਆ, ਅਸੀਂ ਉੱਥੇ ਜਾਵਾਂਗੇ, ਦੂਜੀ ਜਗ੍ਹਾ ਅਸੀਂ ਨਹੀਂ ਜਾਣਾ। ਇਸ ਕਰਕੇ ਜਿਹੜੀਆਂ ਗਲਤੀਆਂ SGPC ਨੇ ਕੀਤੀਆਂ, ਕਾਲਜ 20 ਕਿਲੋਮੀਟਰ ਤੇ ਖੋਲ੍ਹਣੇ, ਉਹੀ ਸਰਕਾਰਾਂ ਨੇ ਕਰ ਦਿੱਤੀਆਂ। ਮਸਲਨ ਗੱਲ ਇਹ ਹੈ, ਦੇਖੋ ਅੱਜ ਵੀ ਮੋਹਾਲੀ ਦੇ ਵਿੱਚ ਨਵੇਂ ਮੈਡੀਕਲ ਕਾਲਜ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗੱਲ ਇਹ ਹੈ ਕਿ ਦੇਖੋ, ਕਾਲਜਾਂ ਨੂੰ ਖੋਲ੍ਹਣ ਦੀ ਬਜਾਏ ਜਿਹੜੇ ਆਲਰੇਡੀ ਕਾਲਜ ਨੇ ਉਹਨਾਂ 'ਚ ਸਟਾਫ ਪੱਕਾ ਭਰਤੀ ਕੀਤਾ ਜਾਵੇ। ਖਾਸ ਕਰਕੇ ਸਕੂਲਿੰਗ 'ਤੇ ਜ਼ਿਆਦਾ ਤਵੱਜੋ ਦੇਣ ਦੀ ਜ਼ਰੂਰਤ ਹੈ, ਕਿਉਂਕਿ ਪ੍ਰਾਈਵੇਟ ਸਕੂਲ ਸਿਸਟਮ ਮਹਿੰਗਾ ਬਹੁਤ ਹੈ। ਪਰ ਇਸ ਦੌਰਾਨ ਸਕੂਲਾਂ ਵਾਲੇ ਟੀਚਰ ਧਰਨੇ ਮੁਜ਼ਾਹਰਿਆਂ 'ਤੇ ਆਏ ਨੇ, ਅਤੇ ਹੋਰ ਫੈਸਲੇ ਕੀਤੇ ਨੇ। ਉਸ ਦੇ ਵਿੱਚ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਟੈਕਸ ਮੁਕਤ ਕਰਨ ਦਾ ਵੀ ਫੈਸਲਾ ਕੀਤਾ। ਸ਼ਾਇਦ ਇੱਕ ਧਾਰਮਿਕ ਏਜੰਡਾ ਹੁੰਦਾ ਹੈ। ਅਤੇ ਇਸੇ ਦੌਰਾਨ ਪੰਜਾਬ ਸਰਕਾਰ ਨੇ ਨੌਕਰੀਆਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਦੇ ਲਈ ਭਰਤੀ ਨਿਯਮਾਂ ਨੂੰ ਬਦਲਾਅ ਕੀਤਾ। ਖਾਸ ਕਰਕੇ ਕਲਾਸ 3 ਅਤੇ 4 ਦੇ ਵਿੱਚ ਪੰਜਾਬੀ ਟੈਸਟ ਲਾਜ਼ਮੀ ਕੀਤਾ ਜਾਏਗਾ। 50% ਨੰਬਰ ਲਿਆਉਣੇ ਲਾਜ਼ਮੀ ਕੀਤੇ ਨੇ, ਕਿਉਂਕਿ ਪਿਛਲੇ ਦਿਨੀ ਕਿਰਕਰੀ ਬੜੀ ਹੋ ਰਹੀ ਹੈ ਕਿ ਗੈਰ ਪੰਜਾਬੀਆਂ ਨੂੰ ਭਰਤੀ ਕੀਤਾ ਗਿਆ ਜੀ। ਪਰਮਿੰਦਰ, ਚਲੋ ਫੈਸਲਾ ਚੰਗਾ ਹੈ, ਪਰ ਗੱਲ ਤਾਂ ਇਹ ਹੈ ਕਿ ਤੁਸੀਂ ਦੇਖੋ, ਪਹਿਲੀ ਵਾਰ ਆ ਕਿ ਹਰਿਆਣਾ PCS ਜੁਡੀਸ਼ਰੀ ਦਾ ਟੈਸਟ ਹੋਇਆ।
ਪੰਜਾਬ ਦੇ 7 ਬੱਚੇ ਉਹਦੇ 'ਚ ਸਿਲੈਕਟ ਹੋਏ। ਬਿਲਕੁਲ। ਨਹੀਂ ਤਾਂ PCS ਸਿਵਲ ਦਾ ਜਦੋਂ ਹੁੰਦਾ, ਚਾਹੇ ਉੱਤਰ ਪ੍ਰਦੇਸ਼ 'ਚ ਹੋਵੇ, ਚਾਹੇ ਹਰਿਆਣਾ 'ਚ ਹੋਵੇ, ਚਾਹੇ ਰਾਜਸਥਾਨ 'ਚ ਹੋਵੇ, ਉਹ ਲਾਈਟ ਦੇ ਵਿੱਚ ਤਾਂ ਪੰਜਾਬ ਵਾਲਿਆਂ ਨੂੰ ਲੈ ਲੈਂਦੇ ਆ, ਲੇਕਿਨ PCS 'ਚ ਨਹੀਂ ਲੈਂਦੇ। PPS 'ਚ ਮਤਲਬ ਉਹਦੇ 'ਚ ਪੁਲਿਸ 'ਚ ਨਹੀਂ ਲੈਂਦੇ। ਉਹ ਜਿਹੜਾ HPS ਵਾ, ਹਰਿਆਣਾ ਪੁਲਿਸ ਸਰਵਿਸ ਆ, ਉਹਦੇ 'ਚ ਵੀ ਨਹੀਂ ਲੈਂਦੇ। ਉਹਦੇ 'ਚ ਲਾਈਟ 'ਚ ਲੈਣਗੇ। ਉਹ ਕਹਿਣਗੇ ਨਹੀਂ ਇਹਦੇ 'ਚ ਨਹੀਂ ਆਉਂਦਾ। ਲਾਈਟ 'ਚ ਕੀ ਆ, ਤਹਿਸੀਲਦਾਰ ਆ ਵਿਚਾਰਾ ਸਾਰੀ ਉਮਰ ਤਹਿਸੀਲਦਾਰੀ ਕਰਦਾ ਰਹੂ, ਨਾਇਬ ਤਹਿਸੀਲਦਾਰ ਆ ਨਾਇਬ ਤਹਿਸੀਲਦਾਰੀ ਕਰਦਾ ਰਹੂਗਾ, BDPO ਕਰਦਾ ਜਦੋਂ ਤੱਕ ਉਹਨੇ ਹਰਿਆਣਾ ਸਿਵਲ ਸਰਵਿਸ 'ਚ ਜਾਣਾ, ਉਦੋਂ ਤੱਕ, ਜਾਂ ਹਿਮਾਚਲ ਸਿਵਲ ਸਰਵਿਸ 'ਚ, ਜਾਂ ਰਾਜਸਥਾਨ ਸਿਵਲ ਸਰਵਿਸ 'ਚ ਜਾਣਾ, ਉਦੋਂ ਤੱਕ ਉਹਦੀ 3 ਕੁ ਸਾਲ ਨੌਕਰੀ ਬਚਣੀ ਆ। ਆਖਰੀ 3 ਕੁ ਸਾਲ ਉਹ ਕੱਟ ਲੂਗਾ ਪ੍ਰਮੋਸ਼ਨ ਦੇ ਤੌਰ ਤੇ, ਗੱਲ ਖਤਮ। ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਕਿ ਚਾਹੀਦਾ ਇਹ ਹੈ ਕਿ ਕੋਟਾ ਤਾਂ ਹਰ ਸਟੇਟ ਦਾ ਦੂਜੀ ਸਟੇਟ 'ਚ ਹੈਗਾ, ਪਰ ਜਿਹੜੀਆਂ ਪਿਛਲੇ ਦਿਨਾਂ 'ਚ ਸਿਲੈਕਸ਼ਨਾਂ ਹੋਈਆਂ ਪਰਮਿੰਦਰ, ਉਹ 'ਚ ਕਿਰਕਰੀ ਬਹੁਤੀ ਹੋਈ ਆ। ਉਹਦੇ 'ਚ ਘੱਟੋ ਘੱਟ ਇਹਨਾਂ ਨੂੰ ਬਾਅਦ 'ਚ ਲੈਣਾ ਚਾਹੀਦਾ ਸੀ ਕਿ ਕਿਹੜੀ ਸਟੇਟ ਦੇ ਕਿੰਨੇ ਆ ਰਹੇ। ਭਾਵੇਂ ਉਹ ਟੈਸਟ ਜਿਹੜਾ ਹੋਇਆ ਸੀ ਉਹਨੂੰ ਕੈਂਸਲ ਕਰ ਦਿੰਦੇ, ਦੁਬਾਰਾ ਲੈ ਲੈਂਦੇ, ਤਰਤੀਬ ਬਣਾ ਲੈਂਦੇ, ਜਿਹੜੀ ਉਹ 'ਚ ਰਿਲੈਕਸੇਸ਼ਨ ਦਿੱਤੀ ਗਈ ਉਹ ਨਾ ਦਿੰਦੇ, ਤਾਂ ਕਿ ਕਿਰਕਰੀ ਨਾ ਹੁੰਦੀ। ਪਰ ਬਦਕਿਸਮਤੀ ਇਹਨਾਂ ਨੇ ਸਾਰਾ ਕੁਝ ਕੀਤਾ। ਪਰ ਜੇ ਹੁਣ ਵੀ ਸੁਧਰ ਗਏ ਆ ਤੇ ਚੰਗੀ ਗੱਲ ਹੈ। ਸਟੇਟ ਆ, ਸਟੇਟ ਨੇ ਇਹਨਾਂ ਨੂੰ ਚੁਣਿਆ, ਸਟੇਟ ਦੇ ਲਈ ਕੰਮ ਕਰਨ ਤੇ ਲੋਕ ਇਹਨਾਂ ਨੂੰ ਸਿਰ ਤੇ ਚੱਕਣਗੇ। ਪਰ ਗੱਲ ਇਹ ਆ, ਜੇ ਸਟੇਟ ਦਾ ਦਗਾ ਕਮਾਉਣਗੇ ਤੇ ਫਿਰ ਲੋਕ ਇਹਨਾਂ ਨੂੰ ਬਖਸ਼ਣਗੇ ਵੀ ਨਹੀਂ। ਜੀ ਸੁਰਿੰਦਰ ਜੀ, ਧਰਮ ਮਜ਼ਹਬ ਦੀ ਸਿਆਸਤ ਤੋਂ ਪਹਿਲਾਂ ਥੋੜ੍ਹਾ ਜਿਹਾ ਇਹ ਵੀ ਲੈ ਲਈਏ ਕਿ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਅਸੀਂ ਮੋਬਾਈਲ ਫੜੇ ਨੇ ਮੇਰੇ ਡਿਪਾਰਟਮੈਂਟ ਨੇ, ਪਰ ਅਫਸੋਸ ਕਹਿੰਦੇ ਪੁਲਿਸ ਕਾਰਵਾਈ ਨਹੀਂ ਕਰਦੀ। ਕਾਰਵਾਈ ਕਰਨਾ ਪੁਲਿਸ ਦਾ ਕੰਮ ਹੈ। ਕੀ ਪੁਲਿਸ ਹਰਜੋਤ ਬੈਂਸ ਹੋਰਾਂ ਦੇ ਵਿਭਾਗ ਦੇ ਨਾਲ ਸੰਬੰਧਿਤ ਨਹੀਂ, ਜਾਂ ਕਿਸੇ ਬਗਾਨੇ ਦੀ UP ਦੇ CM ਦੇ ਅੰਡਰ ਹੈ ਪੁਲਿਸ? ਇਹ ਉਲਾਂਭਾ ਕਿਉਂ ਪੰਜਾਬ ਪੁਲਿਸ ਨੂੰ? ਤੇ ਉਧਰ ਨਵਜੋਤ ਸਿੰਘ ਸਿੱਧੂ ਬਿਮਾਰ ਹੋਣ ਦੀ ਬਣਾ ਤੇ ਨਹੀਂ ਜਾ ਸਕੇ, ਉਸ ਤੇ ਵੀ ਗੱਲਬਾਤ ਕਰ ਲੈਂਦੇ ਆਪਾਂ ਨਾਲ ਹੀ। ਜੀ ਪਰਮਿੰਦਰ, ਪਹਿਲੀ ਗੱਲ ਤਾਂ ਦੇਖੋ, ਜਿਹੜਾ ਹੋਮ ਡਿਪਾਰਟਮੈਂਟ ਆ ਉਹ ਅੰਡਰ ਆਉਂਦਾ ਸਿੱਧਾ ਮੁੱਖ ਮੰਤਰੀ ਦੇ। ਮੁੱਖ ਮੰਤਰੀ ਕੋਲੇ ਉਹ ਵਿਭਾਗ, ਕਾਰਵਾਈ ਕਿਹਨੇ ਕਰਨੀ ਹੈ? ਹੋਮ ਡਿਪਾਰਟਮੈਂਟ ਨੇ। ਹੋਮ ਡਿਪਾਰਟਮੈਂਟ ਕਾਰਵਾਈ ਕਦੋਂ ਕਰੇਗੀ? ਪੁਲਿਸ ਜਿਸ ਵੇਲੇ ਤੁਸੀਂ ਕੰਪਲੇਂਟ ਕਰੋਗੇ ਉਸ ਵੇਲੇ ਉਹ FIR ਦਰਜ ਕਰ ਦੇਣਗੇ, ਰਿਮਾਂਡ ਤੇ ਲੈ ਜਾਣਗੇ ਅੰਦਰੋਂ। ਜਿਹਦੇ ਕੋਲੋਂ ਵੀ ਮੋਬਾਈਲ ਪਕੜਿਆ ਗਿਆ ਉੱਤੇ ਕੇਸ ਦਰਜ ਕਰ ਦੇਣਗੇ, ਪੁੱਛਗਿੱਛ ਹੋ ਜੂ, ਗੱਲ ਖਤਮ ਆ। ਹੁਣ ਗੱਲ ਤਾਂ ਹਰਜੋਤ ਬੈਂਸ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ। ਜਿਹੜੀ ਜੇਲ੍ਹ ਦੀ ਸੁਰੱਖਿਆ ਉਹ ਪੰਜਾਬ ਪੁਲਿਸ ਨੇ ਨਹੀਂ ਕਰਨੀ, ਉਹ ਜੇਲ੍ਹ ਡਿਪਾਰਟਮੈਂਟ ਨੇ ਕਰਨੀ ਹੈ। ਜੇਲ੍ਹ ਡਿਪਾਰਟਮੈਂਟ ਕੋਲੇ ਆਪਣੇ ਵੈਪਨ ਨੇ। ਬਾਹਰ ਸੁਰੱਖਿਆ ਜਿਹੜੀ ਆ, ਮੇਨ ਗੇਟ ਤੋਂ ਲੈ ਕੇ ਅੰਦਰ ਡਿਊਟੀ ਤੱਕ, ਈਵਨ ਕਿ ਜਿਹੜਾ ਉੱਪਰ ਸੈਂਟਰ ਦੇ ਵਿੱਚ ਚੱਕਰ ਆ ਉਹਦੇ ਤੇ, ਜਿਹੜੀਆਂ ਪੋਸਟਾਂ ਸਾਈਡਾਂ ਤੇ ਨੇ, ਉੱਥੇ ਸਾਰਾ ਕੁਝ ਵੈਪਨ ਆਲਰੇਡੀ ਮੁਹੱਈਆ ਨੇ ਇਹਨਾਂ ਦੇ ਕੋਲੇ। ਦੂਜੀ ਗੱਲ, ਜੇ ਅੰਦਰ ਮੋਬਾਈਲ ਜਾਂਦੇ ਨੇ, ਨਸ਼ਾ ਜਾਂਦਾ ਹੈ, ਕੌਣ ਲੈ ਕੇ ਜਾਂਦਾ? ਜੇਲ੍ਹ ਡਿਪਾਰਟਮੈਂਟ ਦੀ ਸਹਿਮਤੀ ਤੋਂ ਬਗੈਰ ਕੁਝ ਜਾ ਸਕਦਾ? ਤੇ ਫਿਰ ਹੁਣ ਕਾਹਦੇ ਵਾਸਤੇ ਲਿਆ ਕੇ ਪੁਲਿਸ ਦੇ ਉੱਤੇ ਸਾਰਾ ਨਜਲਾ ਜਿਹੜਾ ਹਰਜੋਤ ਬੈਂਸ ਝਾੜ ਰਿਹਾ? ਹਰਜੋਤ ਬੈਂਸ ਇਹੀ ਕੁਝ ਜਿਸ ਵੇਲੇ ਸੁੱਖੀ ਰੰਧਾਵੇ ਕੋਲੇ ਸੀ ਡਿਪਾਰਟਮੈਂਟ, ਉਦੋਂ ਰੌਲਾ ਸੀਗਾ ਕਿ ਕਾਰਵਾਈ ਨਹੀਂ ਹੁੰਦੀ। ਹੁਣ ਤੁਸੀਂ ਵੀ ਕਹਿੰਦਾ ਤੁਸੀਂ ਆਪਣਾ ਡਿਪਾਰਟਮੈਂਟ ਸੁਧਾਰ ਲਓ, ਤੁਹਾਡਾ ਡਿਪਾਰਟਮੈਂਟ ਸੁਧਰ ਜਾਏਗਾ, ਆਪਣੇ ਆਪ ਮਸਲਾ ਹੱਲ ਹੋ ਜਾਊਗਾ। ਜਦੋਂ ਅੰਦਰ ਕੁਝ ਜਾਣ ਹੀ ਨਹੀਂ ਦਿਓਗੇ, ਰੌਲਾ ਖਤਮ ਹੋ ਜਾਣਾ, ਫਿਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਹੁਣ ਗੱਲ ਤੇ ਇਹ ਆ ਕਿ ਨੱਚਣਾ ਤੁਹਾਨੂੰ ਨਹੀਂ ਆਉਂਦਾ, ਫਿਰ ਕਹਿ ਦਿੰਦੇ ਥਾਂ ਜਿਹੜੀ ਆ ਉਹ ਭੀੜੀ ਆ, ਥਾਂ ਖੋਲ੍ਹਣੀ ਚਾਹੀਦੀ ਆ। ਹੁਣ ਇਹ ਪੰਜਾਬ ਪੁਲਿਸ ਨੇ ਤੁਹਾਨੂੰ ਕਿਹਾ ਕਿ ਅੰਦਰ ਮੋਬਾਈਲ ਭੇਜੋ, ਪੰਜਾਬ ਪੁਲਿਸ ਨੇ ਕਿਹਾ ਕਿ ਅੰਦਰ ਨਸ਼ਾ ਭੇਜੋ। ਨਹੀਂ, ਫੜੇ ਜਾਣ ਦੇ ਬਾਵਜੂਦ ਕਹਿੰਦੇ ਟਰੇਸ ਨਹੀਂ ਹੁੰਦੇ ਕਿ ਕਿਹਦੇ ਨਾਲ ਗੱਲ ਹੋਈ ਹੈ, ਪਹੁੰਚਾਉਣ ਵਾਲਾ ਕੌਣ ਹੈ, ਕੀ ਮੁਕੱਦਮਾ। ਫਿਰ ਉਹ ਸੰਬੰਧਿਤ ਜਦੇ ਨੇੜਲੇ SHO ਨੂੰ ਬੁਲਾ ਕੇ ਕਰਦੇ ਨੇ। ਪਰ ਕੁਛ ਵੀ ਹੈ, ਹਰਜੋਤ ਬੈਂਸ ਹੋਰਾਂ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਵੀ ਖੜੇ ਕੀਤੇ ਨੇ। ਉਧਰ ਅੱਛੇ ਅਫਸਰ ਵੈਸੇ ਹੀ ਜਾ ਰਹੇ ਨੇ। ਹਰਪ੍ਰੀਤ ਸਿੰਘ ਸਿੱਧੂ ਨੂੰ ਕੇਂਦਰ ਨੇ ਡੈਪੂਟੇਸ਼ਨ 'ਤੇ ਸੱਦ ਲਿਆ। ਕਾਫੀ ਉਮੀਦਾਂ ਰਹੀਆਂ ਨੇ ਪਿਛਲੇ ਸਮੇਂ ਉਸ ਆਫਿਸਰ ਤੋਂ, ਜਦੋਂ ਅਪੁਆਇੰਟ ਕੀਤਾ ਗਿਆ ਸੀ ਨਸ਼ੇ ਵਿਰੋਧੀ ਟਾਸਕ ਫੋਰਸ ਲਾ ਕੇ। ਨਾ ਕਪਤਾਨ ਨੇ ਕੰਮ ਕਰਨ ਦਿੱਤਾ, ਨਾ ਪੁਲਿਸ ਦੀ ਲੌਬੀ ਨੇ, ਅਤੇ ਆਖਰ ਹਰਪ੍ਰੀਤ ਸਿੱਧੂ ਪੰਜਾਬ 'ਚੋਂ ਫਿਰ ਲਾਂਭੇ ਹੀ ਹੋ ਗਿਆ। ਇਸ ਦੌਰਾਨ ਜਿਹੜਾ ਅਗਲੀ ਗੱਲਬਾਤ ਕਰੀਏ, ਨਵਜੋਤ ਸਿੰਘ ਸਿੱਧੂ ਵੀ ਆਖਰ ਬਿਮਾਰੀ ਦੀ ਬਿਨਾਂ 'ਤੇ, ਜਿਵੇਂ ਆਪਾਂ ਕਿਹਾ ਸੀ, ਪੇਸ਼ੀ 'ਤੇ ਨਹੀਂ ਗਏ। ਪਰ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਤੇ ਅਗਰ ਚਰਚਾ ਕਰੀਏ ਤਾਂ ਜਗਮੀਤ ਬਰਾੜ ਨੂੰ ਨੋਟਿਸ ਜਾਰੀ ਹੋ ਗਿਆ ਕਿ ਬਗਾਵਤ ਕਰ ਦਿਓ, ਪਾਰਟੀ ਦੇ ਅਨੁਸ਼ਾਸਨ ਦੇ ਖਿਲਾਫ ਚੱਲਦੇ, ਹਫ਼ਤੇ 'ਚ ਜਵਾਬ ਦਿਓ। ਅਤੇ ਨਾਲ ਬੀਬੀ ਜਗੀਰ ਕੌਰ ਹੋਰਾਂ ਨੇ ਆਪਣੇ ਦਿਲ ਦੀ ਗੱਲ ਪੇਸ਼ਕਸ਼ ਕਰ ਦਿੱਤੀ ਹੈ ਕਿ ਮੈਨੂੰ ਇਸ ਵਾਰੀ ਪ੍ਰਧਾਨਗੀ ਦਾ ਮੌਕਾ ਮਿਲੇ।
ਸੋ ਸੁਖਬੀਰ ਲਈ ਸਮੱਸਿਆ ਹੋਏਗੀ। ਹਰਜਿੰਦਰ ਸਿੰਘ ਧਾਮੀ ਬਨਾਮ ਬੀਬੀ ਜਗੀਰ ਕੌਰ ਉਮੀਦਵਾਰ ਕਲੀਅਰ ਹੈ ਤਕਰੀਬਨ। ਕੀ ਵੇਖਦੇ ਉਸ ਨੂੰ? ਤੇ ਦੋਸਤੋ ਆਪਣੇ ਇਹ ਪ੍ਰੋਗਰਾਮ ਟਿਵਾਣਾ ਰੇਡੀਓ ਦੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮੀ 7:30 ਤੋਂ 9:30 ਲਾਈਵ ਹੁੰਦਾ ਹੈ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਦੇ ਜ਼ਰੀਏ ਸੁਣਦੇ ਹੋ। ਆਪਣੀ ਵੈਬਸਾਈਟ tivanaradio.com ਤੇ ਪੰਜਾਬੀ 'ਚ ਖਬਰਾਂ ਵੀ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਆਪਣਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਮਿਲੇਗਾ, ਜਿਸ ਨੰਬਰ 'ਤੇ ਡਾਇਲ ਕਰਕੇ ਅਮਰੀਕਾ ਭਰ ਦੇ ਵਿੱਚ ਆਪਣੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਉਹ ਕਾਲ ਟੂ ਲਿਸਨ ਨੰਬਰ ਹੈ 667 930 9260 6679309260। ਜੇ ਤੁਸੀਂ ਇਸ ਪ੍ਰੋਗਰਾਮ ਦਾ ਲਿੰਕ YouTube ਦਾ ਮੰਗਵਾਉਣਾ ਲਾਈਵ ਦਾ ਰੇਡੀਓ ਦਾ ਤਾਂ ਆਪਣੇ ਗਰੁੱਪ 'ਚ ਸ਼ਾਮਲ ਹੋ ਜਾਓ। ਆਪਣਾ ਗਰੁੱਪ ਉਹੀ ਹੈ ਤੇ ਮੇਰਾ ਸੰਪਰਕ ਨੰਬਰ ਤੇ ਆਪਣਾ ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰ ਸੇਮ ਹੈ। ਪਟਿਆਲਾ ਸਟੂਡੀਓ ਦਾ ਨੰਬਰ ਹੈ ਆਪਣਾ ਟਿਵਾਣਾ ਰੇਡੀਓ ਗਰੁੱਪ ਦਾ 98 763 09655 98763 09655। ਤੇ ਇਸ ਦੌਰਾਨ ਉੱਥੇ ਤੁਹਾਨੂੰ ਆਪਣੇ ਆਈਫੋਨ 'ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ ਤੇ ਉੱਤੇ ਵੀ ਐਪਸ 'ਤੇ ਵਧੀਆ ਪ੍ਰੋਗਰਾਮ ਸੁਣਿਆ ਜਾ ਸਕਦਾ ਹੈ। ਤੇ ਇਸ ਹੀ ਪ੍ਰੋਗਰਾਮਾਂ ਦੇ ਮੁਤਲਕ ਜਾਣਕਾਰੀਆਂ ਸੁਰਿੰਦਰ ਜੀ ਕੀ ਕਹਿੰਦੀ ਹੈ ਫਿਰ ਪੰਜਾਬ ਦੀ ਧਾਰਮਿਕ ਸਿਆਸਤ? ਜਗਮੀਤ ਬਰਾੜ ਥੋੜ੍ਹੇ ਦਿਨਾਂ ਦਾ ਹੀ ਪਤਾ ਸੀ ਵੀ ਕੱਟਣਾ ਨਹੀਂ, ਉਹਨੂੰ ਨੋਟਿਸ ਜਾਰੀ ਹੋਇਆ ਤੇ ਨਾਲ ਬੀਬੀ ਜਗੀਰ ਕੌਰ ਨੇ ਇੱਕ ਤਰੀਕੇ ਨਾਲ ਅਜੇ ਬਗਾਵਤ ਹੀ ਸਮਝੋ ਇਸ ਨੂੰ ਕਿ ਉਸਨੇ ਪੇਸ਼ਕਸ਼ ਕਰ ਦਿੱਤੀ ਪ੍ਰਧਾਨਗੀ ਦੇ ਵਾਸਤੇ ਸੁਖਬੀਰ ਬਾਦਲ ਨੂੰ ਆਪਣੀ। ਜੀ ਪਰਮਿੰਦਰ, ਸਭ ਤੋਂ ਪਹਿਲੀ ਗੱਲ ਤਾਂ ਦੇਖੋ ਨਵਜੋਤ ਸਿੰਘ ਸਿੱਧੂ ਨਹੀਂ ਗਿਆ ਪੇਸ਼ੀ ਤੇ, ਉਹਦੀ ਗਵਾਹੀ ਸੀ, ਗਵਾਹੀ ਤੇ ਨਹੀਂ ਗਿਆ ਕਿਉਂਕਿ ਕਹਿੰਦੇ ਬਿਮਾਰ ਸੀ ਜੀ, ਬਿਮਾਰ ਹੋਣ ਕਰਕੇ ਉਹਨੂੰ ਨਹੀਂ ਭੇਜਿਆ। ਚਲੋ ਕੰਮ ਨਿਪਟ ਗਿਆ, ਅਗਲੀ ਤਰੀਕ ਹੋਏਗੀ ਉਦੋਂ ਤੱਕ ਠੀਕ ਹੋਏਗਾ ਤਾਂ ਠੀਕ ਆ, ਨਹੀਂ ਫੇਰ ਸ਼ਾਇਦ ਬਿਮਾਰ ਹੋ ਜਾਏ। ਭਗਵੰਤ ਮਾਨ ਦੀ ਟਵੀਟ ਦਾ ਕੀ ਮਾਨਣਾ ਸੀ ਕਿ ਸਿਕਿਉਰਿਟੀ ਮਿਲੇਗੀ ਤੇ ਉਹ ਜਾਣਗੇ, ਇਹ ਫਿਰ ਉਹਨਾਂ ਨੂੰ ਡਿਫੇਮ ਕੀਤਾ ਗਿਆ। ਲੋਕ ਤੇ ਕਹਿੰਦੇ ਖਾਸ ਹੋ ਗਿਆ ਤਾਂ ਦੱਸਿਆ, ਉਹ ਤਾਂ ਗਿਆ ਹੀ ਨਹੀਂ। ਫਿਰ ਇਹਦਾ ਮਤਲਬ ਭਗਵੰਤ ਠਿੱਬੀ ਲਾ ਰਿਹਾ ਸੀ ਕਿ ਸਿਕਿਉਰਿਟੀ ਦੀ ਕੋਈ ਕਮੀ ਨਹੀਂ, ਨਵਜੋਤ ਸਿੰਘ ਸਿੱਧੂ ਆਪ ਹੀ ਨਹੀਂ ਜਾਣਾ ਚਾਹੁੰਦਾ, ਸ਼ਾਇਦ ਉਹਨੂੰ ਡਿਫੇਮ ਕੀਤਾ ਟਵੀਟ ਦੇ ਵਿੱਚ। ਜੀ ਪਰ ਮੈਂ ਤਾਂ ਜਿੰਨੀ ਦੇਰ ਤੱਕ ਜੇਲ੍ਹ ਦਾ ਡਾਕਟਰ ਜਿਹੜਾ ਉਹ ਉਹਨੂੰ ਲਿਖ ਕੇ ਨਹੀਂ ਦਿੰਦਾ ਕਿ ਇਹ ਪੇਸ਼ੀ ਤੇ ਜਾਣ ਦੇ ਕਾਬਲ ਆ, ਉਨੀ ਦੇਰ ਤੱਕ ਉਹ ਨਹੀਂ ਜਾਏਗਾ। ਜੇ ਜੇਲ੍ਹ ਡਿਪਾਰਟਮੈਂਟ ਦਾ ਜਿਹੜਾ ਜੇਲ੍ਹ ਵਿਭਾਗ ਦਾ ਡਾਕਟਰ ਆ ਉਹ ਲਿਖ ਕੇ ਦੇ ਦੂਗਾ ਤਾਂ ਫਿਰ ਉਹਨੂੰ ਜਾਣਾ ਪਏਗਾ, ਫਿਰ ਉਹਨੂੰ ਰੋਕ ਕੋਈ ਨਹੀਂ ਸਕੇਗਾ। ਦੂਜੀ ਗੱਲ ਜਗਮੀਤ ਬਰਾੜ ਦੀ ਆ ਗਈ। ਪਰਮਿੰਦਰ, ਜਗਮੀਤ ਬਰਾੜ ਦਾ ਫਾਦਰ ਜਿਹੜਾ ਗੁਰਮੀਤ ਸਿੰਘ ਬਰਾੜ ਸੀਗਾ, ਪੰਜਾਬ ਦਾ ਮਿਨਿਸਟਰ ਰਿਹਾ ਸੀ, ਪਰ ਜਿੱਦਣ ਉਹਨਾਂ ਦੀ ਡੈਥ ਹੁੰਦੀ ਉਸ ਦਿਨ ਤੋਂ ਬਾਅਦ ਜਗਮੀਤ ਬਰਾੜ ਬਗਾਵਤ ਕਰ ਗਿਆ ਤੇ ਕਾਂਗਰਸ ਚਲ ਗਿਆ। ਲੰਬਾ ਸਮਾਂ ਕਾਂਗਰਸ 'ਚ ਰਿਹਾ, ਅਜੇ ਤਾਜ਼ਾ ਅਕਾਲੀ ਦਲ 'ਚ ਆਇਆ ਸੀ। ਬੜੀਆਂ ਪਾਰਟੀਆਂ ਬਦਲੀਆਂ ਸੀ, ਕਦੀ ਤਵਾੜੀ ਵਾਲੀ ਕਾਂਗਰਸ 'ਚ ਵੀ ਗਿਆ ਸੀਗਾ ਤੇ ਕਦੀ ਤ੍ਰਿਣਮੂਲ ਕਾਂਗਰਸ ਨਾਲ ਵੀ ਗਿਆ ਸੀ। ਬੜਾ ਕੁਝ ਅਦਲ ਬਦਲ ਕੀਤਾ ਸੀ, ਪਰ ਬਹੁਤੀ ਦੇਰ ਕਿਤੇ ਉਹ ਖੈਰ ਨਹੀਂ ਪਈ। ਚਲੋ 2 ਵਾਰੀ ਮੈਂਬਰ ਪਾਰਲੀਮੈਂਟ ਬਣਨ 'ਚ ਕਾਮਯਾਬ ਹੋ ਗਿਆ ਸੀ, ਭਾਵੇਂ 1992 ਸੀਗਾ ਤੇ ਭਾਵੇਂ 1900 ਜਿਹੜੀ ਸੀਗੀ ਉਹ 99 ਸੀਗਾ। ਦੋਨੋਂ ਵਾਰੀ ਮੈਂਬਰ ਪਾਰਲੀਮੈਂਟ ਬਣਿਆ। ਮੁੜ ਕੇ ਤਾਂ ਨਹੀਂ ਲੱਗਿਆ, ਅਕਾਲੀ ਦਲ ਵੱਲੋਂ ਆਇਆ ਸੀ, ਪਰ ਇੱਥੇ ਆਉਂਦਾ ਉਹਨੇ ਸੋਚਿਆ ਕਿ ਸ਼ਾਇਦ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲ ਕੇ ਮੈਂ ਹੀ ਪ੍ਰਧਾਨ ਬਣ ਜਾਵਾਂ। ਬਹੁਤਾ ਕੁਝ ਹਾਸਲ ਕਰਦਾ ਥੋੜੇ ਤੋਂ ਵੀ ਚਲਾ ਗਿਆ। ਇਸ ਕਰਕੇ ਆਪਾਂ ਪਹਿਲੇ ਦਿਨੋਂ ਕਿਹਾ ਸੀ ਕਿ ਉਹਦਾ ਪਾਰਟੀ 'ਚੋਂ ਜਾਣਾ ਤੈਅ ਆ। ਜਗਮੀਤ ਬਰਾੜ ਨੂੰ ਕਿਸੇ ਨੇ ਪੁੱਛਣਾ ਨਹੀਂ, ਨੋਟਿਸ ਦਾ ਜਵਾਬ ਉਹ ਦੇਵੇ ਨਾ ਦੇਵੇ, ਪਾਰਟੀ 'ਚੋਂ ਅਗਲੇ ਨੇ ਬਾਹਰ ਕੱਢ ਕੇ ਮਾਰਨਾ। ਇਸੇ ਤਰ੍ਹਾਂ ਮਨਪ੍ਰੀਤ ਆਪਣਾ ਕੀ ਨਾਂ ਉਹਦਾ ਜਿਹੜਾ ਮਨਪ੍ਰੀਤ ਆਲੀ ਆ, ਉਹਦਾ ਵੀ ਕੰਮ ਇਹੀ ਆ, ਉਹਨੂੰ ਵੀ ਖੁੱਡੇ ਲੈਣ ਲਾਇਆ ਹੋਇਆ। ਸਮਾਂ ਆਊਗਾ ਉਹਨੂੰ ਵੀ ਹੌਲੀ ਹੌਲੀ ਤੋੜ ਦੇਣਗੇ। ਸੋ ਇਸ ਕਰਕੇ ਆ ਕਿ ਜਿਹੜਾ ਪਾਰਟੀ ਦੇ ਅੰਦਰ ਰਹਿ ਕੇ ਪ੍ਰਧਾਨ ਦੇ ਵਿਰੁੱਧ ਆਵਾਜ਼ ਉਠਾਏਗਾ, ਜਿਹੜਾ ਕਹੇਗਾ ਕਿ ਲੋਕ ਆ ਕੋ ਚਾਹੁੰਦੇ ਆ, ਉਹ ਕਹਿਣਗੇ ਤੂੰ ਕੌਣ ਹੁੰਦਾ ਪੁੱਛਣ ਵਾਲਾ? ਉਹ ਤਾਂ ਅਸੀਂ ਦੇਖਣਾ ਲੋਕ ਕੀ ਚਾਹੁੰਦੇ ਆ ਜਾਂ ਲੋਕਾਂ ਨੂੰ ਮਗਰ ਕਿੱਦਾਂ ਲਾਉਣਾ। ਤੁਸੀਂ ਇਹ ਕਹਿੰਦੇ ਆ ਕਿ ਪ੍ਰਧਾਨ ਪਾਸੇ ਹਟੇ, ਪ੍ਰਧਾਨ ਨਹੀਂ ਹਟੇਗਾ, ਤੁਸੀਂ ਪਾਸੇ ਹਟੋ। ਇਸ ਕਰਕੇ ਉਹ ਤੋਰੇ ਜਾਣਗੇ। ਰਹਿ ਗਈ ਗੱਲ ਬੀਬੀ ਜਗੀਰ ਕੌਰ ਦੀ, ਦੇਖੋ ਬੀਬੀ ਜਗੀਰ ਕੌਰ ਆ ਕਈ ਦਿਨ ਦੀ ਤਰਲੋ ਮੱਛੀ ਹੁੰਦੀ ਸੀ, ਅੱਜ ਉਹਨੇ ਆਪਣੇ ਦਿਲ ਵਾਲੀ ਕੱਢ ਕੇ ਸਾਰੀ ਸੁਖਬੀਰ ਬਾਦਲ ਦੇ ਹੱਥ 'ਚ ਫੜਾਤੀ ਆ ਵੀ ਹੁਣ ਤੂੰ ਰੱਖਣਾ ਰੱਖ ਤੇ ਜੋ ਤੂੰ ਕਰਨਾ ਕਰ। ਜੇ ਨਹੀਂ ਹੈ ਤਾਂ ਹੋ ਸਕਦਾ 2-4 ਦਿਨਾਂ ਤੱਕ ਸੁਖਬੀਰ ਬਾਦਲ ਨੂੰ ਚੈਲੰਜ ਵੀ ਸਿੱਧਾ ਕਰ ਦੇਵੇ ਬੀਬੀ ਜਗੀਰ ਕੌਰ ਕਿ ਮੈਂ ਤਾਂ ਚੋਣ ਲੜਾਂਗੀ, ਮੈਂ ਚੱਲੀ ਆ, ਮੈਂ ਚੋਣ ਲੜਾਂਗੀ। ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹਰ ਰੋਜ਼ 2-2, 3-3 ਜ਼ਿਲ੍ਹਿਆਂ ਦੇ ਐਸਜੀਪੀਸੀ ਮੈਂਬਰਾਂ ਨੂੰ ਚੰਡੀਗੜ੍ਹ ਹੈੱਡ ਆਫਿਸ 'ਚ ਬੁਲਾ ਕੇ ਉਹਨਾਂ ਨਾਲ ਮੁਲਾਕਾਤ ਜਿਹੜੀ ਉਹ ਕਰ ਰਿਹਾ, ਉਹਨਾਂ ਦੀ ਰਾਏ ਜਾਣਨ ਦੀ ਗੱਲ ਕਰ ਰਿਹਾ। ਰਾਏ ਜਾਣਦੇ ਇਹ ਨਹੀਂ ਪਤਾ ਹੁਣ ਬੀਬੀ ਜਗੀਰ ਕੌਰ ਤੇ ਗੁਣਾ ਪੈਂਦਾ ਜਾਂ ਕਿਹਦੇ ਤੇ ਪੈਂਦਾ, ਕੀ ਅਕਾਲੀ ਦਲ ਉਹਦੀ ਬਗਾਵਤ ਚੱਲ ਪਾਏਗਾ ਜਾਂ ਬੀਬੀ ਜਗੀਰ ਕੌਰ ਨੂੰ ਪਾਸੇ ਤੋਰੇਗਾ। ਕਿਉਂਕਿ ਜਦੋਂ ਮਨਪ੍ਰੀਤ ਆਲੀ ਨਾਲ ਭਾਈ ਮਨਜੀਤ ਸਿੰਘ ਨਾਲ ਆਪਣਾ ਕੀ ਨਾਂ ਸੀ ਉਹਦਾ ਨਿਰਮਲ ਸਿੰਘ ਕਾਲੋਂ ਦਾ ਬੇਟਾ ਜਿਹੜਾ ਸੀਗਾ ਉਹ, ਤੇ ਨਾਲ ਦੀ ਨਾਲ
ਆਪਣਾ ਬੀਬੀ ਜਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਨਾਲ ਸੰਤਾ ਸਿੰਘ ਉਮੈਦਪੁਰੀ, ਇਹ ਸਾਰੇ ਇਕੱਠੇ ਹੋਏ ਸੀ ਤੇ ਬੀਬੀ ਜਗੀਰ ਕੌਰ ਦਾ ਉਦੋਂ ਨਾਮ ਆਇਆ ਸੀ ਕਿ ਇਹ ਵੀ ਬਗਾਵਤ ਕਰ ਗਈ, ਪਰ ਬਾਅਦ 'ਚ ਇਹਨਾਂ ਨੇ ਬਗਾਵਤ ਦਬਾ ਲਈ। ਹੁਣ ਦੇਖੋ ਕਿ ਬਗਾਵਤ ਹੁੰਦੀ ਆ ਕਿ ਜੋ ਬੀਬੀ ਜਗੀਰ ਕੌਰ ਪਾਰਟੀ ਤੇ ਰਹਿੰਦੀ ਹੈ, ਸਮਾਂ ਦੱਸੂਗਾ। ਪਰ ਇੱਕ ਆ ਕਿ ਇਸ ਵਾਰ ਦੀ ਚੋਣ ਜਿਹੜੀ ਆ ਉਹ ਬੜੀ ਟੇਢੀ ਹੋਣ ਜਾ ਰਹੀ ਆ। ਐਸਜੀਪੀਸੀ ਦੀ ਚੋਣ ਜਿਹੜੀ ਕਿ ਸੁਖਬੀਰ ਬਾਦਲ ਦੇ ਲਈ ਸੰਭਾਲਣੀ ਜਿਹੜੀ ਹਾਲ ਦੀ ਘੜੀ ਮੁਸ਼ਕਲ ਹੋਈ ਪਈ ਹੈ। ਬਿਲਕੁਲ। ਧਰਮ ਮਜ਼ਹਬ ਦੀ ਸਿਆਸਤ ਦੀ ਅਗਰ ਗੱਲ ਕਰੀਏ ਸੁਰਿੰਦਰ ਜੀ, ਪੰਜਾਬ ਦੇ ਵਿੱਚ ਵੀ ਅੰਮ੍ਰਿਤਪਾਲ ਬਨਾਮ ਮਸੀਹੀ ਭਾਈਚਾਰੇ ਦਾ ਜਿਹੜਾ ਰੋਸ ਲਗਾਤਾਰ ਵੱਧਦਾ ਜਾ ਰਿਹਾ। ਪਾਸਟਰ ਅੰਕੁਰ ਨਰੂਲਾ ਨੇ ਅੰਮ੍ਰਿਤਪਾਲ ਸਿੰਘ ਤੋਂ ਜਵਾਬ ਮੰਗਿਆ ਕਿ ਕੋਈ ਵੀ ਪਾਸਟਰ ਕਦੇ ਸਿੱਖ ਧਰਮ ਦੇ ਖਿਲਾਫ ਕੁਝ ਨਹੀਂ ਬੋਲਿਆ। ਅੰਮ੍ਰਿਤ ਨਰੂਲਾ ਜਿਹੜਾ ਅੰਕੁਰ ਨਰੂਲਾ ਪਾਸਟਰ ਹੈ, ਉਸਨੇ ਚੁਣੌਤੀ ਦਿੱਤੀ ਹੈ ਕਿ ਕੋਈ ਵੀ ਮਸੀਹੀ ਬੇਅਦਬੀ 'ਚ ਸ਼ਾਮਲ ਹੈ, ਸਾਨੂੰ ਦੱਸੋ। ਉਹ ਕਹਿੰਦਾ ਸੀ 10,000 ਦੇ ਕਰੀਬ ਪਾਸਟਰਾਂ ਦੀ ਪੁੱਛਗਿੱਛ ਕੀਤੀ ਹੈ, ਪੜਤਾਲ ਕੀਤੀ ਹੈ, ਕਿਸੇ ਵੀ ਪਾਸਟਰ ਨੇ ਸਿੱਖ ਧਰਮ ਦੇ ਖਿਲਾਫ ਕਿਤੇ ਵੀ ਕੁਝ ਨਹੀਂ ਆਖਿਆ। ਅਗਰ ਤੁਹਾਡੇ ਕੋਲ ਵੀਡੀਓ ਹੈ, ਤੁਸੀਂ ਪ੍ਰੂਫ ਦਿਓ, ਤੁਸੀਂ ਪਾਸਟਰਾਂ ਦੇ ਖਿਲਾਫ ਇਹ ਮੁਹਾਜ ਵਿੱਢਿਆ, ਇਹ ਤੁਸੀਂ ਬਿਨਾਂ ਵਜ੍ਹਾ ਸਾਡੇ ਤੇ ਕਿਸੇ ਹੋਰ ਦੇ ਢਹੇ ਚੜ੍ਹ ਕੇ, ਉਹਦਾ ਇਸ਼ਾਰਾ ਸ਼ਾਇਦ ਬਹੁਗਿਣਤੀ ਵਾਲਾ ਹੈ, ਸਾਡੇ ਉੱਤੇ ਬਿਨਾਂ ਵਜ੍ਹਾ ਇਹ ਕੁਛ ਕਰ ਰਹੇ ਹੋ। ਸਾਡੇ ਕੋਲ ਆਪਣਾ ਪ੍ਰਚਾਰ ਹੈ, ਅਸੀਂ ਕਦੇ ਵੀ ਗੁਰਬਾਣੀ ਜਾਂ ਗੁਰੂ ਘਰ ਬਾਰੇ ਜਾਂ ਕਿਸੇ ਵੀ ਗੁਰਮਤਿ ਦੇ ਲੰਗਰ ਨੂੰ ਸ਼ੈਤਾਨ ਨਹੀਂ ਕਿਹਾ। ਸਗੋਂ ਅੰਮ੍ਰਿਤਪਾਲ ਖੁਦ ਇਹਨਾਂ ਚੀਜ਼ਾਂ ਦਾ ਬਾਰ-ਬਾਰ ਸ਼ੈਤਾਨ ਲਫ਼ਜ਼ ਦੀ ਵਰਤੋਂ ਕਰਕੇ ਬੇਅਦਬੀ ਕਰ ਰਿਹਾ। ਸੋ ਅੰਮ੍ਰਿਤਪਾਲ ਵੱਲੋਂ ਪੋਪ ਦੇ ਸਰੀਰਕ ਸ਼ੋਸ਼ਣ ਵਾਲੇ, ਮਾफ़ੀ ਮੰਗਣ ਵਾਲੇ ਬਿਆਨ ਦੇ ਮਾਮਲੇ 'ਚ ਨੂਲਾ ਨੇ ਆਖਿਆ ਕਿ ਧਰਮ ਬੰਦੇ ਨੂੰ ਗਲਤ ਕੰਮ ਨਹੀਂ ਸਿਖਾਉਂਦਾ। ਜਿਹੜਾ ਵਿਅਕਤੀ ਗਲਤ ਕੰਮ ਕਰਦਾ ਉਸ ਨੂੰ ਉਸਦਾ ਜੇ ਕਿਸੇ ਨੇ ਕੀਤਾ ਤੇ ਉਸ ਨੂੰ ਧਰਮ ਦੀ ਆੜ 'ਚ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹ ਪੋਪ ਦਾ ਵਡੱਪਣ ਹੈ ਕਿ ਉਸਨੇ ਧਰਮ ਦੇ ਵਿੱਚ ਹੋ ਰਹੀਆਂ ਗਲਤ ਗੱਲਾਂ ਦਾ ਖੰਡਨ ਕੀਤਾ ਹੈ। ਇਸ ਦੇ ਵਿੱਚ ਹੋਰ ਕਈ ਕੁਛ ਵਾਪਰ ਰਿਹਾ। ਤੇ ਜੇ ਗੱਲ ਕਰੀਏ, ਸੁਪਰੀਮ ਕੋਰਟ ਵੀ ਇਸ ਮਾਮਲੇ 'ਤੇ ਸਖਤ ਹੋਈ ਹੈ ਕਿ ਜਿਹੜੇ ਲੋਕੀ ਹੇਟ ਸਪੀਚ ਫੈਲਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹੇਟ ਸਪੀਚ 'ਤੇ ਆਲਰੇਡੀ ਬਹੁਤ ਸਾਰੇ ਕਾਨੂੰਨ ਨੇ, ਪਰ ਉਹ ਮਨਸਰ ਕਰਦਾ ਹੈ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਕੀ ਹੈ। ਹਾਲਾਂਕਿ ਨੀਤੀ ਅਤੇ ਨੀਤ ਸਰਕਾਰ ਤੈਅ ਕਰਦੀ ਹੈ, ਹਾਲਾਂਕਿ ਨਿਯਮ ਇਸ ਮਾਮਲੇ 'ਚ ਪਹਿਲਾਂ ਹੀ ਬਿਹਤਰ ਬਣੇ ਹੋਏ ਨੇ। ਜਿਸ ਤਰ੍ਹਾਂ ਮਸੀਹੀਆਂ ਦੇ ਵਿੱਚ ਅਤੇ ਸਿੱਖਾਂ ਦੇ ਵਿੱਚ ਇਹ ਤਕਰਾਰ ਵੱਧ ਰਿਹਾ, ਉਸ ਤਰ੍ਹਾਂ ਤੁਸੀਂ ਵੇਖੋ ਕਿ ਨੈਸ਼ਨਲ ਮੀਡੀਆ ਦੇ ਵਿੱਚ ਵੀ ਕੁਛ ਗੱਲਾਂ ਪਲਾਂਟ ਹੈ, ਕਿਉਂਕਿ ਹਰ ਧਰਮ ਦੇ ਵਿੱਚ ਬੁਰਾਈਆਂ ਨੇ। ਇੱਥੇ ਬਲਾਤਕਾਰੀ ਸਾਧ ਨੂੰ ਅਕਾਲ ਤਖਤ ਬਰੀ ਕਰਦਾ ਅਤੇ ਅਦਾਲਤ ਉਸ ਨੂੰ ਬਲਾਤਕਾਰ ਦਾ ਦੋਸ਼ੀ ਗਰਦਾਨਦੀ ਹੈ। ਕਰੋਗੇ ਕੀ ਤੁਸੀਂ? ਇਸ ਦੇ ਵਿੱਚ ਇੱਕ ਜਿਹੜੀ ਪਿਛਲੇ ਸਮੇਂ ਤੋਂ ਇੱਕ ਨਨ ਕਾਫੀ ਚਰਚਾ 'ਚ ਹੈ, ਜਿਸ ਦੀ ਇੱਕ ਕਿਤਾਬ ਅੱਜ ਕੱਲ੍ਹ ਬੜੀ ਚਰਚਾ 'ਚ ਹੈ। ਨੈਸ਼ਨਲ ਮੀਡੀਆ 'ਚ ਇਹ ਖਬਰਾਂ ਹਾਈਲਾਈਟ ਨੇ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨੀ ਦੇਵਦਾਸੀਆਂ ਬਾਰੇ ਵੀ ਗੱਲ ਕੀਤੀ ਸੀ ਕਿ ਸਾਊਥ ਦੀਆਂ ਜਿਹੜੀਆਂ 6 ਸਟੇਟਸ ਅਤੇ ਕੇਰਲਾ, ਕਰਨਾਟਕਾ, ਇਹਨਾਂ ਸਟੇਟਸ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਪਿਛਲੇ ਹਫ਼ਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਕਿ ਇੰਡੀਆ ਦੇ ਵਿੱਚ 7 ਲੱਖ ਦੇ ਕਰੀਬ ਦੇਵਦਾਸੀਆਂ 2013-14 ਦੇ ਸੈਂਸਸ ਦੇ ਵਿੱਚ ਸੀ। ਕੱਲ੍ਹ ਕੇਰਲਾ ਦੇ ਵਿੱਚ, ਕਰਨਾਟਕਾ ਦੇ ਵਿੱਚ 70-80 ਹਜ਼ਾਰ ਦੇਵਦਾਸੀਆਂ ਨੇ ਹਿੰਦੂ ਧਰਮ ਦੇ ਮੰਦਰਾਂ 'ਚ, ਜਿਨ੍ਹਾਂ ਦੀ ਭਗਵਾਨ ਦੇ ਨਾਲ, ਦੇਵਤਿਆਂ ਨਾਲ ਸ਼ਾਦੀ ਕਰਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ, ਉਹਨਾਂ ਦੇ ਬਲਾਤਕਾਰ ਕਰਕੇ ਉਹਨਾਂ ਨੂੰ, ਬੱਚਿਆਂ ਨੂੰ ਫਿਰ ਰੱਬ ਦੇ ਜੀ ਬਣਾ ਕੇ, ਹਰੀ ਦੇ ਜਨ ਬਣਾ ਕੇ ਛੱਡ ਦਿੱਤਾ ਜਾਂਦਾ ਹੈ। ਇਸ ਮਾਮਲੇ ਦੇ ਵਿੱਚ 6 ਸੂਬਿਆਂ ਨੂੰ, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਹੈ ਕਿ ਇਹ ਭਗਵਾਨ ਦੀਆਂ ਪਤਨੀਆਂ, ਦੇਵਤੇ ਦੀਆਂ ਪਤਨੀਆਂ ਦੇਵਦਾਸੀਆਂ ਬਣਾ ਕੇ ਇਹਨਾਂ ਦੇ ਨਾਲ ਦੁਰਾਚਾਰ ਹੋ ਰਿਹਾ ਹੈ। ਇਸੇ ਤਰ੍ਹਾਂ ਹੁਣ ਨਨਸ ਦੇ ਨਾਲ ਵੀ ਮਾੜਾ ਹੋ ਰਿਹਾ। ਇਸ ਸੰਬੰਧੀ ਇੱਕ ਇਹ ਜਿਹੜੀ ਸਿਸਟਰ ਹੈ ਲੱਕੀ ਕਾਲਾਪੁਰਾ, ਸਿਸਟਰ ਲੱਕੀ ਕਾਲਾਪੁਰਾ, ਇਸ ਨੇ ਇੱਕ ਕਿਤਾਬ ਲਿਖੀ ਹੈ ਦੀ ਨੇਮ ਆਫ ਲਾਰਡ, ਕਿ ਰੱਬ ਦੇ ਨਾਂ 'ਤੇ ਭਾਰਤ ਦੇ ਵਿੱਚ ਕੌਨਵੈਂਟ ਦੇ ਵਿੱਚ ਨਨ ਦੇ ਨਾਲ ਕਿਤੇ ਤੌਰ 'ਤੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ, ਜਿਸ ਦੀ ਆਪ ਬੀਤੀ ਉਸਨੇ ਇਸ ਕਿਤਾਬ ਦੇ ਵਿੱਚ ਲਿਖੀ ਹੈ, ਪੰਥ ਸੀਰੀਜ਼ ਦੇ ਵਿੱਚ। ਸੋ ਇਸ ਪੰਥ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਬੜਾ ਹੈਰਾਨੀਜਨਕ ਨਹੀਂ, ਕਿਉਂਕਿ ਸੁਚੇਤ ਲੋਕ ਜਾਣਦੇ ਨੇ ਕਿ ਧਰਮ ਦੀ ਆੜ ਦੇ ਵਿੱਚ ਬਲਾਤਕਾਰ ਹੁੰਦੇ ਨੇ, ਬਲੀਆਂ ਲਈਆਂ ਜਾਂਦੀਆਂ ਨੇ, ਬਲਾਤਕਾਰੀ ਸਾਧ ਸਜ਼ਾਵਾਂ ਕੱਟ ਰਹੇ ਨੇ, ਪਰ ਫਿਰ ਵੀ ਉਹਨਾਂ ਨੂੰ ਪਿਤਾ ਜੀ ਕਹਿ ਕੇ ਲੋਕ ਉਹਨਾਂ ਦਾ ਪ੍ਰਵਚਨ ਸੁਣ ਰਹੇ ਨੇ। ਆਪਾਂ ਗੱਲ ਹਰਿਆਣੇ ਦੀ ਵੀ ਕਰਨੀ ਹੈ ਕਿ ਕਿਸ ਤਰ੍ਹਾਂ ਬੀਜੇਪੀ ਹੁਣ ਪਿਤਾ ਜੀ ਦੇ ਪ੍ਰਵਚਨ ਸੁਣ ਰਹੀ ਹੈ, ਰਾਮ ਰਹੀਮ ਹੋਰਾਂ ਦੇ। ਇਸ ਸੰਬੰਧੀ ਨਵਾਂ ਡੇਰਾ ਵੀ ਇੱਕ ਪੰਜਾਬ 'ਚ ਬਣਾ ਰਹੇ ਨੇ, ਉਹਦੇ ਉੱਤੇ ਬਾਅਦ 'ਚ ਗੱਲ ਕਰਦੇ ਹਾਂ ਕਿੱਥੇ ਬਣ ਰਿਹਾ ਡੇਰਾ। ਇਸ ਸੰਬੰਧੀ ਨਨ ਜਾਣੀ ਕਿ ਸਫੈਦ ਜਾਂ ਕਾਲੇ ਕੱਪੜੇ, ਗੌਨ ਪਹਿਨ ਕੇ ਅਤੇ ਸਿਰ ਨੂੰ ਢੱਕ ਕੇ, ਗਲੇ ਦੇ ਵਿੱਚ ਕ੍ਰੋਸ ਪਾ ਕੇ ਇਹ ਨਨ ਜੋ ਜਾਂਦੀਆਂ ਨੇ, ਹਾਲਾਂਕਿ ਇਹ ਸਿਸਟਰ ਨਾਲੋਂ ਵੱਖਰੀਆਂ ਨੇ। ਇਹਨਾਂ ਨੂੰ ਜੀਸਸ ਮਸੀਹ ਦੇ ਨਾਲ ਜੋੜ ਕੇ ਕਿ ਉਸ ਦੀ ਸੇਵਾ ਲਈ ਨੇ, ਇਹ ਜੀਸਸ ਮਸੀਹ ਦੇ ਨਾਲ ਉਹਨਾਂ ਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ ਕਿ ਤੇਰਾ
ਪਰਿਵਾਰ ਨਾਲ ਕੋਈ ਰਾਬਤਾ ਨਹੀਂ, ਤੂੰ ਪ੍ਰਭੂ ਦੀ ਪਤਨੀ ਹੈ, ਤੂੰ ਪ੍ਰਭੂ ਦੀ ਸੇਵਾ ਕਰਨੀ ਹੈ। ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਕਿਸੇ ਹੋਰ ਦੀ ਸੇਵਾ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਇਹ ਕਿਤਾਬ ਜਿਹੜੀ ਖੁਲਾਸੇ ਕਰਦੀ ਹੈ ਕਿ 5 ਫਰਵਰੀ 2019 ਨੂੰ ਪੋਪ ਫਰਾਂਸਿਸ ਨੇ ਜਹਾਜ਼ ਦੇ ਵਿੱਚ ਯੂਏ ਤੋਂ ਜਦੋਂ ਰੋਮ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਕਨਵੈਂਟ ਦੇ ਵਿੱਚ ਕੀ ਨਨ ਦੇ ਨਾਲ ਸ਼ੋਸ਼ਣ ਹੁੰਦਾ ਹੈ? ਤਾਂ ਉਸਨੇ ਆਖਿਆ ਹਾਂ, ਕਈ ਜਗ੍ਹਾ ਇਹ ਹੁੰਦਾ ਹੈ। ਭਾਰਤ, ਲੈਟਨ ਅਮਰੀਕਾ, ਇਟਲੀ, ਅਫਰੀਕਾ ਦੇ ਵਿੱਚ ਵਿਸ਼ਵ ਤੇ ਪ੍ਰੀਸਟ ਨਨ ਦੇ ਜੌਨ ਸ਼ੋਸ਼ਣ ਦਾ ਸ਼ਿਕਾਰ ਨੇ। 70 ਲੱਖ ਦੇ ਕਰੀਬ ਇਹਨਾਂ 70 ਸਾਲਾਂ ਦੇ ਦੌਰਾਨ 2.5-3 ਲੱਖ ਬੱਚਿਆਂ ਨਾਲ ਜਿਸਮਾਨੀ ਸ਼ੋਸ਼ਣ ਹੋਇਆ, ਜਿਨ੍ਹਾਂ 'ਚ ਕਈ ਮਾਸੂਮ ਲੜਕੀਆਂ ਵੀ ਨੇ, ਕੰਜਕਾਂ ਵੀ ਸੀ। ਇਹ ਗੱਲ ਵੀ ਉਹਨਾਂ ਨੇ ਔਨ ਰਿਕਾਰਡ ਮੰਨੀ ਹੈ ਕਿਉਂਕਿ 60% ਦੇ ਕਰੀਬ ਵਸੋਂ ਦੁਨੀਆ ਦੀ ਜਿਹੜੀ ਕ੍ਰਿਸਚਨ ਨਾਲ ਵਾਬਸਤਾ ਹੈ। ਉਹਨਾਂ ਨੇ ਆਪਣੇ ਧਰਮ ਦੇ ਵਿੱਚ ਹੋ ਰਹੀਆਂ ਬੇਨਿਯਮੀਆਂ ਨੂੰ ਬੇਬਾਕੀ ਨਾਲ ਕਬੂਲ ਕੀਤਾ ਹੈ। ਪਰ ਇਸ ਦੀ ਆੜ ਦੇ ਵਿੱਚ ਸਮੁੱਚੇ ਧਰਮ ਨੂੰ ਬਦਨਾਮ ਕਰਨਾ ਵੀ ਜਾਇਜ਼ ਨਹੀਂ ਹੈ। ਇਸ ਦੇ ਵਿੱਚ ਜਿਵੇਂ ਹੁਣ ਪੰਜਾਬ ਦੇ ਵਿੱਚ ਹੋ ਰਿਹਾ, ਪੰਜਾਬ ਦੇ ਵਿੱਚ ਕਈ ਲੋਕ ਕ੍ਰਿਸਚੀਅਨਟੀ ਨੇ ਸਿੱਖਾਂ ਨਾਲ ਕੀ ਕੁਛ ਕੀਤਾ ਉਹਨੂੰ ਹਾਈਲਾਈਟ ਕਰ ਰਹੇ ਨੇ। ਇਸ ਸਿਲਸਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਿਆ, ਮਹਾਰਾਜਾ ਦਲੀਪ ਸਿੰਘ ਨਾਲ ਕ੍ਰਿਸਚੀਅਨਾਂ ਨੇ ਕੀ ਕੀਤਾ, ਉਸ ਮੁੱਦੇ ਦਾ ਰੋਣਾ ਰੋਇਆ ਜਾ ਰਿਹਾ। ਕਿਤੇ ਨਾ ਕਿਤੇ ਕਈ ਸਾਲ ਪਹਿਲਾਂ ਆਈ ਫਿਲਮ ਬਲੈਕ ਪ੍ਰਿੰਸ, ਉਹ ਵੀ ਇੱਕ ਭਾਵਨਾਤਮਕ ਇਮੋਸ਼ਨ ਸੀ ਜਿਸ ਨੂੰ ਸਿੱਖਾਂ ਨੇ ਇਸ ਰੂਪ 'ਚ ਹੁਣ ਕੈਚ ਕੀਤਾ ਜਾ ਰਿਹਾ। ਲੰਮੀ ਚੌੜੀ ਬੈਕਗਰਾਊਂਡ ਹੈ ਇਸ ਪਿੱਛੇ। ਉਹੀ ਗਰੁੱਪ ਨੇ ਜਿਨ੍ਹਾਂ ਨੇ ਉਹਨਾਂ ਸਬਜੈਕਟਾਂ ਨੂੰ ਚੁੱਕਿਆ, ਫਿਲਮਾਂ ਡਾਕੂਮੈਂਟਰੀਆਂ 'ਚ ਲਿਆਂਦਾ, ਪੰਜਾਬ ਨੂੰ ਇਮੋਸ਼ਨ ਦੇ ਵਿੱਚ ਲਿਆਂਦਾ। ਜੇ ਦੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਤਾਂ ਇੱਕ ਜਗੀਰਦਾਰੀ ਪ੍ਰਬੰਧ ਸੀ, ਪਿਤਾ ਪੁਰਖੀ ਰਾਜ ਸੀ, ਉਹਦੇ ਵਿੱਚ ਪੰਥ ਵਾਲੀ ਕਿਹੜੀ ਗੱਲ ਸੀ। ਖੈਰ ਆਪਾਂ ਉਸ ਪਾਸੇ ਨਾ ਜਾਈਏ। ਇਹ ਮੰਨਿਆ ਕਿ ਰਾਜ ਬਿਹਤਰ ਸੀ, BBC ਦਾ ਸਰਵੇ ਵੀ ਕਹਿੰਦਾ। ਪਰ ਇਹ ਜਿਹੜਾ ਹੁਣ ਅੰਮ੍ਰਿਤਪਾਲ ਸਿੰਘ ਨੂੰ ਚੁਣੌਤੀ ਇਸ ਪਾਸਟਰ ਅੰਕਰ ਨਰੂਲਾ ਨੇ ਦਿੱਤੀ ਹੈ ਕਿ ਤੁਸੀਂ ਸਾਡੀ ਕੋਈ ਫੋਟੋ ਲਿਆਓ ਕਿ ਕੋਈ ਜ਼ਿੰਮੇਵਾਰ ਅਹੁਦੇ 'ਤੇ ਬੈਠਾ ਪਾਸਟਰ ਇਹ ਗੱਲ ਕਹਿੰਦਾ ਹੋਵੇ। ਇੱਕ ਕੋਈ ਗਰੀਬ ਲੋਕ ਨੇ, ਉਹ ਕਹਿੰਦੇ ਸਾਨੂੰ ਇਹ ਕਿਹਾ ਗਿਆ ਕਿ ਕਿਤੋਂ ਨਹੀਂ ਤੁਸੀਂ ਖਾਣਾ। ਮਾਸ ਖਾਣ ਦੀ ਸਿੱਖਾਂ 'ਚ ਵੀ ਮਨਾਹੀ ਹੈ, ਜਿਹੜਾ ਕੁੱਠਾ ਮਾਸ ਹੈ। ਇਸ ਤਰ੍ਹਾਂ ਹੁੱਕਾ, ਚਰਸ, ਤੰਬਾਕੂ, ਈਵਨ ਇੱਥੋਂ ਤੱਕ ਕਿ ਸਿੱਖ ਹੋਏ ਟੋਪੀ ਸਿਰ ਧਰੈ, 7 ਜਨਮ ਕੁਸ਼ਟ ਹੋਏ ਮਰੈ, ਕਿ ਜੇ ਤੁਸੀਂ ਸਿੱਖ ਹੋ ਕੇ ਟੋਪੀ ਸਿਰ ਧਰ ਲਈ ਤਾਂ ਤੁਸੀਂ 7 ਜਨਮਾਂ ਦੇ ਕੋੜੀ ਹੋ ਜਾਓਗੇ। ਇਹ ਰਹਿਤਨਾਮੇ ਨੇ, ਗੁਰੂ ਦਾ ਫਲਸਫਾ ਨਹੀਂ ਹੈ। ਇਸ ਦੌਰਾਨ ਹਾਲਾਂਕਿ ਪਹਿਲੀ ਤੋਂ 6ਵੀਂ ਪਾਤਸ਼ਾਹੀ ਦੇ ਸਮੇਂ 'ਚ ਸਿੱਲੀ ਟੋਪੀ ਦਾ ਟਰੈਂਡ ਵੀ ਸੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਦਸਤਾਰਾਂ ਬੱਧੀਆਂ, ਤਲਵਾਰਾਂ ਧਾਰਨ ਕੀਤੀਆਂ, ਪਰ ਟੋਪੀ ਕਿਸੇ ਧਰਮ ਦਾ ਸਤਿਕਾਰਤ ਵੀ ਹੋ ਸਕਦਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਬੰਦਿਸ਼ਾਂ ਨੇ ਦੂਜੇ ਧਰਮਾਂ ਜੋ ਹੈਗੇ ਨੇ। ਰਜਿੰਦਰ ਗੁਪਤਾ, ਉਸ ਦੀ ਕੈਬਨਿਟ ਜਾਂਦੀ ਰਹੀ ਕਿ ਉਸਨੇ ਆਪਣੇ ਸਹੁੰ ਹੀ ਚੁੱਕੀ ਸੀ ਜੋ ਇਹਨਾਂ ਦਾ ਧਰਮ ਹੈ ਕਿ ਬੁੱਧ ਧਰਮ ਤੋਂ ਬਿਨਾਂ ਕਿਸੇ ਹੋਰ ਧਰਮ ਦਾ ਕੋਈ ਵਾਸਤਾ ਨਹੀਂ ਰੱਖਣਾ, ਕਿਸੇ ਨੂੰ ਰਹਿਬਰ ਨਹੀਂ ਮੰਨਣਾ। ਇਸੇ ਬਿਨਾਂ 'ਤੇ ਉਸ ਦਾ ਕੈਬਨਿਟ ਅਹੁਦਾ ਖੁੱਸਿਆ। ਇਹ ਜਿਹੜਾ ਪੰਜਾਬ ਦੇ ਵਿੱਚ ਜਿਸ ਸਾਰਾ ਕੁਝ ਹੋ ਰਿਹਾ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ, ਕੀ ਵੇਖਦੇ ਹੋ ਸਾਰੇ ਘਟਨਾਕ੍ਰਮ ਨੂੰ? ਜੀ, ਮਸੀਹੀ ਬਨਾਮ ਸਿੱਖ। ਹਾਂ, ਨਹੀਂ ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਸਾਰਾ ਕੁਝ ਮਾਝੇ 'ਚ ਹੀ ਹੋ ਰਿਹਾ। ਦੁਆਬੇ 'ਚ ਤੇ ਮਾਲਵੇ 'ਚ ਬਹੁਤਾ ਕੁਝ ਨਹੀਂ ਹੈ। ਜੋ ਕੁਝ ਰੌਲਾ ਰੱਪਾ ਉਹ ਸਾਰਾ ਮਾਝੇ 'ਚ ਹੀ ਆ। ਦੂਜੀ ਗੱਲ, ਇੱਕ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਹੜੇ ਈਸਾਈ ਬਣੇ ਨੇ, ਜਿਹੜੇ ਉਹਨਾਂ ਨਾਲ ਜਾ ਕੇ ਰਲੇ ਨੇ, ਬੇਸਿਕਲੀ ਉਹ ਸਿੱਖ ਨਹੀਂ ਸੀਗੇ। ਇਹ ਗੱਲ ਮੰਨ ਲੈਣੀ ਚਾਹੀਦੀ। ਅਗਲੀ ਗੱਲ, ਜਿਹੜੇ ਉਹਨਾਂ ਦੇ ਸਥਾਨ ਬਣੇ ਨੇ ਪਿੰਡਾਂ 'ਚ, ਉਹਨਾਂ ਦੇ ਲਈ ਵੀ ਜਿਹੜਾ ਪੈਸਾ ਦਿੱਤਾ ਗਿਆ, ਜਿਹੜੀ ਥਾਂ ਮੁਹੱਈਆ ਕਰਵਾਈ ਗਈ, ਉਹ ਪੰਥਕ ਸਰਕਾਰ ਨੇ ਕਰਾਈ। ਇਹ ਵੀ ਗੱਲ ਮੰਨ ਲੈਣੀ ਚਾਹੀਦੀ ਹੈ, ਸੱਚਾਈ ਹੈ। ਅਗਲੀ ਗੱਲ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹਨਾਂ ਨੇ ਕਿਸੇ ਨੂੰ ਵੀ ਧੱਕੇ ਨਾਲ ਜਿਹੜਾ ਉਹ ਈਸਾਈਆਂ ਦੇ ਵਿੱਚ ਸ਼ਾਮਲ, ਈਸਾਈ ਮਤ ਦੇ ਵਿੱਚ ਲਿਜਾਣ ਦੇ ਲਈ ਮਤਲਬ ਧੱਕਾ ਜਿਹੜਾ ਉਹ ਨਹੀਂ ਕੀਤਾ ਹੋਇਆ। ਪਰ ਇੱਕ ਗੱਲ ਮੰਨ ਲੈਣੀ ਚਾਹੀਦੀ ਆ, ਉਹਨਾਂ ਨੇ ਹਰ ਘਰ ਦਾ ਆ ਕੇ ਦਰਵਾਜ਼ਾ ਖੜਕਾਇਆ, ਭਾਵੇਂ ਉਹ ਗੁਰਸਿੱਖ ਹੋਵੇ, ਭਾਵੇਂ ਉਹ ਸਿੱਖ ਹੋਵੇ, ਭਾਵੇਂ ਉਹ ਪਤਿਤ ਸਿੱਖ ਹੋਵੇ। ਹਰ ਇੱਕ ਦਾ ਦਰਵਾਜ਼ਾ ਖੜਕਾਇਆ ਕਿ ਸਾਡੇ ਯੀਸ਼ੂ ਮਸੀਹ ਦੇ ਪ੍ਰਵਚਨ ਤੁਸੀਂ ਸਾਡੇ ਤੋਂ ਸੁਣੋ। ਹਰ ਇੱਕ ਘਰ 'ਚ ਉਹ ਧੱਕੇ ਨਾਲ ਆਏ। ਇਹ ਗੱਲ ਮੰਨ ਲੈਣੀ ਚਾਹੀਦੀ ਹੈ। ਲੋਕਾਂ ਨੇ ਫਿਰ ਜਿਹੜੇ ਗਿਆਨ ਰੱਖਦੇ ਸੀ ਉਹਨਾਂ ਕਿਹਾ ਕਿ ਹੱਥ ਜੋੜੇ ਤੁਸੀਂ ਬਾਹਰ ਚਲੋ, ਸਾਡੇ ਗੇਟ ਦੇ ਅੰਦਰ ਨਹੀਂ ਆਉਣਾ। ਈਵਨ ਕਿ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਰਾਏ ਤੇ ਥਾਂ ਲਈ ਆ, ਉੱਥੇ ਲੜਕੀਆਂ ਨੇ ਸਾਰੀਆਂ ਉਹ 20-22 ਤੇ ਵੱਧ ਤੋਂ ਵੱਧ 25-26 ਸਾਲ ਤੱਕ ਦੀਆਂ ਨੇ। ਉਹ 10-10, 12-12 ਦਾ ਗਰੁੱਪ ਬੈਠਾ। ਉਹਨਾਂ ਦਾ ਕੰਮ ਹੀ ਸਾਰਾ ਦਿਨ ਇਹੀ ਆ ਕਿ 2-4 5 ਪਿੰਡਾਂ ਦੇ ਵਿੱਚ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਇਹੀ ਕੰਮ ਕਰਨਾ। ਆਪਣੇ ਈਸਾਈਅਤ ਦਾ ਉਹਨਾਂ ਨੇ ਪ੍ਰਚਾਰ ਕਰਨਾ।
ਔਰ ਹਰ ਇੱਕ ਦੇ ਘਰ ਉਹ ਵੜਦੇ ਨੇ ਜਾ ਕੇ। ਉਹਨਾਂ ਨੂੰ ਪੈਸਾ ਕਿੱਥੋਂ ਆਉਂਦਾ, ਕੌਣ ਉਹਨਾਂ ਨੂੰ ਦਿੰਦਾ, ਕਿਹੜੇ ਘਰਾਂ ਤੋਂ ਤੋਰੀਆਂ ਹੋਈਆਂ ਨੇ, ਕਿੱਥੋਂ ਦੀਆਂ ਰਹਿਣ ਨਹੀਂ ਵਾਲੀਆਂ, ਉਹ ਇਹਦੇ ਬਾਰੇ ਠੀਕ ਹੈ। ਦੇਖੋ ਹਰ ਪੈਟਰਨ ਹੁੰਦੇ ਨੇ। ਪੋਲੀਟੀਕਲ ਲੋਕ ਵੀ ਪਹਿਲਾਂ ਰੈਲੀਆਂ ਕਰਦੇ ਸੀ, ਇਲੈਕਟ੍ਰੋਨਿਕ ਪ੍ਰਚਾਰ ਸੀ, ਹੁਣ ਪੋਲੀਟੀਕਲ ਲੋਕ ਵੀ ਡੋਰ ਟੂ ਡੋਰ ਪ੍ਰਚਾਰ ਕਰਦੇ ਨੇ, ਕਿਉਂਕਿ ਜਨਤਕ ਤੌਰ 'ਤੇ ਉਹ ਸ਼ਾਇਦ ਤਾਂ ਨਹੀਂ ਕਰਦੇ ਕਿ ਪਹੁੰਚ ਨਹੀਂ ਹੈ, ਚਰਚ ਨਹੀਂ ਹੈ, ਸਪੀਕਰ ਲਾ ਕੇ ਉਹ ਪ੍ਰਚਾਰ ਨਹੀਂ ਕਰ ਸਕਦੇ ਕਿਉਂਕਿ ਗਿਰਜਾ ਘਰ ਨਹੀਂ ਹੈ। ਫਿਰ ਉਹ ਇੱਕ ਟਾਰਗੇਟ ਦੇ ਅਧੀਨ ਜਾਂਦੇ ਨੇ ਕਿ ਆਪਾਂ ਇੰਨੇ ਕੁ ਪਿੰਡਾਂ 'ਚ, ਕਿਉਂਕਿ ਧਰਮ ਦੀ ਆੜ 'ਚ ਅਗਲੇ ਨੂੰ ਐਂ ਲੱਗਦਾ ਕਿ ਮੈਂ ਕਿਸੇ ਨੂੰ ਧਰਮ 'ਚ ਲਿਆਂਦਾ, ਲਵ ਯਾਦ ਹੈ ਜਾਂ ਹੋਰ ਹੈ, ਮੈਂ ਪਤਾ ਨਹੀਂ ਕੀ ਪੁੰਨ ਖੱਟ ਲੂੰ। ਦੁਨੀਆ ਭਰ ਦੇ ਵਿੱਚ ਜਿੰਨੇ ਪੰਜਾਬ 'ਚ ਕ੍ਰਿਸਚੀਅਨ ਕਿੰਨੇ ਕੁ ਬਣ ਗਏ ਹੋਣੇ ਆ, ਪਰ ਦੁਨੀਆ ਭਰ ਦੇ ਕਿੰਨੇ ਮੁਲਕਾਂ 'ਚ ਅੰਗਰੇਜ਼ ਨੇ ਜਿਹੜੇ ਕ੍ਰਿਸਚੀਅਨ ਉਹ ਸਿੱਖ ਬਣ ਗਏ ਨੇ। ਉੱਥੇ ਅਸੀਂ ਫਖਰ ਨਾਲ ਚੌੜੇ ਹੋ ਜਾਂਦੇ ਹਾਂ। ਉਹ ਕਿਉਂ? ਕਦੇ ਕਿਸੇ ਮੁਲਕ ਦੇ ਵਿੱਚ ਕੋਈ ਈਸਾਈ ਇਹ ਕਹਿੰਦਾ ਸੁਣਿਆ ਕਿ ਤੁਸੀਂ ਮਸੀਹੀਅਤ ਛੱਡ ਕੇ ਸਿੱਖ ਕਿਉਂ ਬਣ ਰਹੇ ਹੋ? ਆਹ ਹਰਿਆਣੇ ਦਾ ਮੁੰਡਾ ਨਵੀਨ ਜਾਂ ਹੋਰ ਲੋਕ ਹਿੰਦੂ ਤੋਂ ਸਿੱਖ ਬਣੇ ਨੇ, ਫਿਰ ਅਸੀਂ ਫਖਰ ਕਰਦੇ ਹਾਂ। ਯਾਰ ਇਹ 'ਚ ਖੁੱਲ੍ਹ ਦਿਲੀ ਕਿਉਂ ਨਹੀਂ ਹੈ? ਜਿਹੜਾ ਬੰਦਾ ਕੱਚਾ, ਜਿਹੜਾ ਅੱਜ ਡੇਰੇ ਜਾਂਦਾ, ਕੱਲ੍ਹ ਨੂੰ ਕਿਤੇ ਜਾਂਦਾ, ਪਰਸੋਂ ਨੂੰ ਕਿਤੇ ਜਾਂਦਾ, ਨਹੀਂ ਰਹਿੰਦਾ, ਤੁਸੀਂ ਕਰਾਉਣਾ ਕੀ ਹੈ ਉਸ ਕੱਚੇ ਸਿੱਖ ਤੋਂ? ਪਰ ਐਡਾ ਇਸ਼ੂ ਕਿਉਂ ਬਣਾਇਆ? ਤੁਸੀਂ ਇੱਕ ਧਰਮ ਵਿਸ਼ੇਸ਼ ਦੇ ਰਹਿਬਰ ਦੀ ਤੁਸੀਂ ਮੂਰਤੀਆਂ ਟੁੱਟੀਆਂ ਨੇ। ਜਥੇਦਾਰ ਅਕਾਲ ਤਖਤ ਨੇ ਆਲੋਚਨਾ ਤੱਕ ਵੀ ਨਹੀਂ ਕੀਤੀ, ਕਰਨੀ ਬਣਦੀ ਸੀਗੀ, ਕਿਉਂਕਿ ਨਾ ਸਿੱਖਾਂ ਦੇ ਪੈਂਦਾ ਸੀ। ਇਹ ਚੀਜ਼ ਕਰ ਗਿਆ ਵਿਸ਼ਲਾ ਦੁਸ਼ਮਣ। ਦੁਨੀਆ ਭਰ 'ਚ ਇੰਨੇ ਅੰਗਰੇਜ਼ ਹਰਭਜਨ ਸਿੰਘ ਜੋਗੀ ਨੇ ਬਣਾਏ ਨੇ ਸਿੱਖ, ਕਿੰਨੇ ਅੰਗਰੇਜ਼ ਸਿੱਖ ਬਣੇ ਨੇ। ਉਦੋਂ ਤਾਂ ਅਸੀਂ ਬੜਾ ਲਾਈਕ ਕਰਦੇ ਹਾਂ, ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ। ਜੇ ਕੋਈ ਤੁਹਾਡਾ ਛੱਡ ਕੇ ਜਾਂਦਾ ਫਿਰ ਆ ਰੋਣਾ ਪਿੱਟਣਾ ਕਿਉਂ? ਸਵਾਲ ਇਸ ਗੱਲ ਦਾ ਮੈਨੂੰ ਦਿਓ ਜਵਾਬ ਜੀ। ਪਰਮਿੰਦਰ, ਪਹਿਲੀ ਗੱਲ ਤੇ ਉਹਨਾਂ ਦੇ ਹਰ ਪਿੰਡ ਦੇ ਵਿੱਚ ਜੇ ਉਹਨਾਂ ਦਾ ਚਰਚ ਨਹੀਂ ਬਣਿਆ ਤਾਂ ਉਹਨਾਂ ਛੋਟਾ ਜਿਹਾ ਇੱਕ ਕਮਰਾ ਬਣਾ ਲਿਆ, ਸਾਰਾ ਦਿਨ ਸਪੀਕਰ ਚੱਲ ਰਿਹਾ ਉੱਥੇ। ਹੁਣ ਗੁਰਦੁਆਰਾ ਸਾਹਿਬ 'ਚ ਕੀ ਆ ਕਿ ਸਵੇਰੇ ਘੰਟਾ ਲੱਗ ਗਿਆ ਤੇ ਸ਼ਾਮ ਨੂੰ 1 ਘੰਟਾ ਲੱਗ ਗਿਆ, ਇਸ ਤੋਂ ਵੱਧ ਨਹੀਂ, ਪਰ ਉਹਨਾਂ ਦਾ ਪੂਰਾ ਦਿਨ ਚੱਲਦਾ। ਉਹ ਕੈਸਟ ਤਿਆਰ ਕੀਤੀ ਹੋਈ ਆ, ਉਹ ਪਾ ਦਿੰਦੇ ਆ, ਪੂਰਾ ਦਿਨ ਚੱਲੀ ਜਾਂਦਾ। ਉਹ ਆਪਣੇ ਉਹ ਤਾਂ ਗੱਲ ਹੋਈ ਹੈ ਨਾ, ਜਿਹਨੇ ਨਵਾਂ ਸੌਦਾ ਵੇਚਣਾ ਜ਼ਿਆਦਾ ਜ਼ੋਰ ਲਾਉਂਦਾ ਹੀ ਹੈ। ਮੈਂ ਇਸ ਤੋਂ ਅੱਗੇ ਦੂਸਰੀ ਗੱਲ, ਆਪਾਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕੀਤੀ ਆ, ਇਹ ਮਸਲਾ ਸਿੱਖਾਂ ਦਾ ਤੇ ਈਸਾਈਆਂ ਦਾ ਨਹੀਂ ਸੀ, ਸਿੱਖਾਂ ਤੇ ਈਸਾਈਆਂ ਦਾ ਰੌਲਾ ਨਹੀਂ ਸੀਗਾ। ਨਹੀਂ, ਇੱਕ ਪੁਆਇੰਟ ਜਿਹੜਾ ਦੁਨੀਆ ਭਰ 'ਚ ਹਰਭਜਨ ਸਿੰਘ ਜੋਗੀ ਨੇ ਜਾਂ ਹੋਰ ਕਿੰਨਿਆਂ ਨੇ ਗੋਰੇ ਸਿੱਖ ਬਣਾਏ, ਤੁਸੀਂ ਕਦੇ ਸੁਣਿਆ ਕਿ ਕਿਸੇ ਗੋਰੇ ਨੇ ਉਹਦਾ ਵਿਰੋਧ ਕੀਤਾ ਹੋਵੇ ਜਾਂ ਕ੍ਰਿਸਚੀਅਨ ਨੇ ਕਦੇ ਉਹਦਾ ਵਿਰੋਧ ਕੀਤਾ? ਮੈਂ ਉਹੀ ਗੱਲ ਪਹਿਲਾਂ ਕਹਿ ਕੇ ਹਟਿਆ। ਤੁਸੀਂ ਜਿਹੜਾ ਮੈਂ ਮਾਝੇ ਦੀ ਗੱਲ ਕਰ ਰਿਹਾ, ਕਿਉਂਕਿ ਮਾਝੇ 'ਚ ਜ਼ਿਆਦਾ ਚੱਲਿਆ, ਤੇ ਮਾਝੇ ਦੇ ਵਿੱਚ ਜਿਹੜੇ ਈਸਾਈ ਮਤ ਧਾਰਨ ਕੀਤੀ ਹੈ, ਜਿਹੜਾ ਈਸਾਈ ਧਰਮ 'ਚ ਗਿਆ, ਉਹ ਬੇਸਿਕਲੀ ਸਿੱਖ ਨਹੀਂ ਸੀਗੇ। ਇਹ ਗੱਲ ਮੰਨ ਲੈਣੀ ਚਾਹੀਦੀ ਆ। ਅਸੀਂ ਵਾਵੇਲਾ ਕਿਉਂ ਖੜਾ ਕੀਤਾ? ਇੱਕ ਹੋਰ ਪੁਆਇੰਟ, ਸਵੇਰੇ ਤੁਹਾਡੀ ਗੈਰ ਹਾਜ਼ਰੀ 'ਚ ਗੱਲ ਹੋਈ ਸੀ ਕਿ ਦੇਖੋ ਇਹ ਕਹਿੰਦੇ ਮਹਾਰਾਜਾ ਦਲੀਪ ਸਿੰਘ ਨੂੰ ਇਹਨਾਂ ਨੇ ਜਬਰੀ ਮਸੀਹ ਬਣਾਇਆ, ਪੋਪ ਮਾਫੀ ਮੰਗੇ, ਪਰ ਪਿਛਲੇ 2 ਹਫ਼ਤੇ ਹੋਏ ਨੇ ਮਹਾਰਾਣੀ ਦੀ ਮੌਤ ਹੋਈ ਹੈ ਤੇ ਅਕਾਲ ਤਖਤ 'ਤੇ ਅਰਦਾਸ ਮਾਨ ਅਕਾਲੀ ਦਲ ਦੇ ਬੰਦੇ ਕਰਦੇ ਨੇ। ਉਹ ਕਿਸ ਕਪੈਸਿਟੀ 'ਚ ਕਰਦੇ ਨੇ ਜੀ? ਪਰਮਿੰਦਰ, ਗੱਲ ਇਹ ਆ ਕਿਉਂਕਿ ਅੰਮ੍ਰਿਤਪਾਲ ਤੇ ਸਿਮਰਜੀਤ ਮਾਨ ਤਾਂ ਇੱਕੋ ਖਿਆਲਾਤ ਦੇ ਲੋਕ ਨੇ, ਇੱਕ ਸਿੱਕੇ ਦੇ 2 ਪਹਿਲੂ ਨੇ, ਤੇ ਫਿਰ ਉਸ ਮਹਾਰਾਣੀ ਦੀ ਅਰਦਾਸ ਕਿਉਂ ਤੇ ਮਾਤੜ ਮਸੀਹਾਂ ਦੇ ਡੰਡਾ ਪਰੇਡ ਕਿਉਂ? ਇਹ ਕਿਉਂ? ਅਕਾਲ ਤਖਤ 'ਤੇ ਹੋਰ ਵੀ ਵਿਸ਼ਵ ਭਰ ਦੇ ਲੋਕਾਂ ਦਾ ਇੱਦਾਂ ਹੁੰਦਾ, ਕਦੇ ਕਿਸੇ ਧਿਰ ਨੇ ਇੱਦਾਂ ਅਰਦਾਸ ਕੀਤੀ ਹੈ ਜਿਵੇਂ ਮਹਾਰਾਣੀ ਦੀ ਅਰਦਾਸ ਅਕਾਲ ਤਖਤ 'ਤੇ ਹੋਈ ਹੈ? ਮਾਨ ਅਕਾਲੀ ਦਲ ਦੇ ਬੰਦਿਆਂ ਨੇ ਕੀਤੀ ਹੈ। ਕੀ ਅੰਮ੍ਰਿਤਪਾਲ ਸਿੰਘ ਜਾਂ ਹੋਰ ਉਹਨਾਂ 'ਤੇ ਕੋਈ ਐਕਸ਼ਨ ਲੈਣਗੇ ਜੀ? ਪਰਮਿੰਦਰ, ਦੇਖੋ ਪਹਿਲੀ ਗੱਲ ਤੇ ਇੱਕ ਬੜੀ ਸਪਸ਼ਟ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਤੇ ਕਿਉਂ ਗਿਆ? ਕਿਸੇ ਵਿਰੋਧੀ ਨੇ ਤਾਂ ਸਾਜ਼ਿਸ਼ ਕਰਨੀ ਆ, ਗਲਤੀਆਂ ਤਾਂ ਤੁਹਾਡੀਆਂ ਆਪਣੀਆਂ ਨੇ ਜਿਹਦਾ ਕਰਕੇ ਰਾਜ ਖੁੱਸਿਆ। ਇੱਕ ਪੁੱਤ ਦਾ ਮੋਹ ਸੀਗਾ ਤੇ ਪੁੱਤ ਸਾਂਭ ਨਾ ਸਕਿਆ। ਇਹ ਤੇ ਪੁੱਤ ਮੋਹ ਦੇ ਵਿੱਚ ਹੁਣ 2 ਪਾਰਟੀਆਂ ਕੁੰਡੇ ਲੈਣ ਲੱਗੀਆਂ ਪਈਆਂ, ਕਾਂਗਰਸ ਤੇ ਅਕਾਲੀ ਦਲ। ਉਹ ਪੁੱਤ ਦਾ ਮੋਹ ਹੀ ਸੀ ਨਾ। ਜੇ ਉੱਥੇ ਵੀ ਪੁੱਤ ਦਾ ਮੋਹ ਨਾ ਹੁੰਦਾ ਤੇ ਜਰਨੈਲ ਥੋੜੇ ਸੀਗੇ, ਜਿਹੜੇ ਮਰਜ਼ੀ ਜਰਨੈਲ ਨੂੰ ਰਾਜ ਭਾਗ ਸੌਂਪ ਦਿੰਦੇ, ਕਿਤੇ ਰਾਜ ਥੋੜੀ ਖੁੱਸ ਸਕਦਾ ਸੀ। ਉਹ ਹਰੀ ਸਿੰਘ ਨਲੂਆ ਸਾਰਾ ਦਿਨ ਪਠਾਣਾ ਨਾਲ ਲੜਦਾ ਮਰ ਗਿਆ ਸਾਰੀ ਉਮਰ, ਤੇ ਉਹਦਾ ਐਂਡ ਕੀ ਹੋਇਆ? ਅਕਾਲੀ ਫੂਲਾ ਸਿੰਘ ਨਾਲ ਕੀ ਕੁਛ ਵਾਪਰਿਆ ਬਾਅਦ 'ਚ, ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਅਸੀਂ ਸਿਰਫ ਜਿਹੜਾ ਦੁਸ਼ਮਣ ਆ ਉਹਦੇ ਦੁਆਲੇ ਹੋ ਜਾਂਦੇ ਹਾਂ। ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਕਿਹਦਾ ਕਰਕੇ ਸਾਰਾ ਕੁਝ ਵਾਪਰਿਆ, ਗਲਤੀਆਂ ਕਿਹਨਾਂ ਦੀਆਂ ਸੀ। ਅਸੀਂ ਕਸ਼ਮੀਰ ਲਈ ਲੜੀ ਜਾਂਦੇ ਹਾਂ ਕਿ ਕਸ਼ਮੀਰ ਜੀ ਸਾਡੇ ਪੈਸੇ ਨਾਲ ਖਰੀਦਿਆ ਗਿਆ ਸੀ। ਉਹ ਤੁਹਾਡੇ ਪੈਸੇ ਨਾਲ ਖਰੀਦਿਆ ਸੀ, ਖਰੀਦਿਆ ਕਿਹਨੇ ਜਾ ਕੇ ਸੀ ਇਹ ਵੀ ਤਾਂ ਦੱਸ ਦਿਓ। ਅੰਗਰੇਜ਼ਾਂ ਤੋਂ ਖਰੀਦਿਆ ਸੀ, ਪੈਸੇ ਡੋਗਰੇ ਲਗਾਏ ਸੀ, ਚੱਕ ਕੇ ਫੜ ਲੈਂਦੇ ਨਾ ਜਾਣ ਦਿੰਦੇ।
ਜਿਹੜਾ ਹੇਟ ਅਸੀਂ ਸਪੀਚ ਜਿਵੇਂ ਵੱਧ ਰਹੀਆਂ ਨੇ, ਸਮਾਪਤੀ ਵੱਲ ਨੂੰ ਆਈਏ, ਕੰਪਲੀਟ ਕਰੋ, ਇੱਕ ਦੋ ਹੋਰ ਇਸ਼ੂ ਉਹ ਵੀ ਕਰ ਦਿਓ ਸੁਰਿੰਦਰ ਜੀ। ਹੇਟ ਸਪੀਚ ਦੇ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਜਸਟਿਸ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੇ ਵਿੱਚ ਨਫ਼ਰਤ ਘਿਰਣਾ ਦਾ ਮਾਹੌਲ ਵੱਧ ਰਿਹਾ, ਧਰਮ ਦੀ ਪਰਵਾਹ ਕੀਤੇ ਬਿਨਾਂ ਤਤਕਾਲ ਕਾਰਵਾਈ ਹੋਣੀ ਚਾਹੀਦੀ ਹੈ ਕਿ ਕੋਈ ਧਰਮ ਵੱਡਾ ਹੈ, ਕੋਈ ਛੋਟਾ ਹੈ, ਕਿਸੇ ਦਾ ਵੋਟ ਬੈਂਕ ਹੈ, ਇਹ ਸਾਰੀਆਂ ਚੀਜ਼ਾਂ ਛੱਡ ਕੇ ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੇਟ ਸਪੀਚ ਕੋਈ ਵੀ ਕਰਦਾ, ਇਹ ਨਾ ਦੇਖਿਆ ਜਾਵੇ ਬਹੁ ਗਿਣਤੀ ਹੈ ਘੱਟ ਗਿਣਤੀ ਹੈ, ਹੇਟ ਸਪੀਚ ਵਾਲੇ ਬੰਦੇ ਟੰਗੇ ਜਾਣ। ਪਰ ਇਹ ਟਿੱਪਣੀ ਕਰਨ ਵਾਲੇ ਜਸਟਿਸ ਨੇ ਕ੍ਰਿਸਚੀਅਨ ਭਾਈਚਾਰੇ ਨਾਲ ਸੰਬੰਧਿਤ ਨੇ, KM ਜੋਸਫ। ਹੁਣ ਕਈਆਂ ਨੇ ਕਹਿਣਾ ਜੀ ਜੋਸਫ ਤਾਂ ਮਸੀਹੀ ਹੁੰਦੇ ਨੇ, ਗੱਲ ਉਹਨਾਂ ਦੀ ਜਾਇਜ਼ ਹੈ। ਅਸੀਂ ਕਹਿੰਦੇ 21ਵੀਂ ਸਦੀ 'ਚ ਵਿਚਰ ਰਹੇ ਹਾਂ ਅਤੇ ਅਸੀਂ ਕਿਹੜੇ ਉਹ ਪੱਥਰ ਯੁੱਗ ਦੀਆਂ ਗੱਲਾਂ ਕਰਦੇ ਹਾਂ, ਇੱਕ ਦੂਸਰੇ ਦੇ ਮਜ਼ਹਬਾਂ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ। ਹੇਟ ਸਪੀਚ ਇੰਨੀ ਵੱਧ ਰਹੀ ਹੈ। ਫਿਰ ਜਿਵੇਂ ਹੁਣ ਸੁਪਰੀਮ ਕੋਰਟ ਦੇ ਇਸ ਜਸਟਿਸ ਦਾ ਬਿਆਨ ਆਇਆ ਕਿ ਇਹਦੇ 'ਚ ਪੰਜਾਬ ਦੇ ਵਿੱਚ ਹੇਟ ਸਪੀਚ ਕਰਨ ਵਾਲੇ ਜਿਹੜੇ ਲੋਕ ਨੇ, ਭਾਵੇਂ ਉਹ ਅੰਮ੍ਰਿਤਪਾਲ ਸਿੰਘ ਹੈ, ਭਾਵੇਂ ਕੋਈ ਮਸੀਹੀ ਹੈ, ਭਾਵੇਂ ਕੋਈ RSS ਵਾਲਾ ਜਾਂ ਕੋਈ ਮੁਸਲਿਮ ਹੈ, ਕੀ ਉਹਨਾਂ 'ਤੇ ਫਿਰ ਕਾਰਵਾਈ ਹੋਏਗੀ ਹੇਟ ਸਪੀਚ ਦੇ ਮਾਮਲੇ 'ਚ? ਜਿਸ ਤਰ੍ਹਾਂ ਜਸਟਿਸ ਜੋਸਫ ਹੋਰਾਂ ਦੀ ਇਹ ਸਟੇਟਮੈਂਟ ਅੱਜ ਆਈ ਹੈ, ਨੋਟਿਸ ਵੀ ਜਾਰੀ ਹੋਏ ਨੇ ਕਈ ਸੂਬਿਆਂ ਨੂੰ ਕਿ ਕਾਰਵਾਈ ਕਿਉਂ ਨਹੀਂ ਕਰਦੇ ਜੀ। ਪਰਮਿੰਦਰ, ਗੱਲ ਇਹ ਹੈ ਕਿ ਸਟੇਟਾਂ ਨੂੰ ਕਿਉਂ ਹੋਵੇ? ਸ਼ੁਰੂਆਤ ਤਾਂ ਪ੍ਰਧਾਨ ਮੰਤਰੀ ਤੋਂ ਕਰੋ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ, ਫਿਰ ਹੋਮ ਮਿਨਿਸਟਰ, ਆਓ ਥੱਲੇ ਨੂੰ ਤੁਰੇ ਆਓ। ਕਿਹਨੇ ਨਹੀਂ ਹੇਟ ਸਪੀਚ ਕੀਤੀ? ਕੀ ਪ੍ਰਧਾਨ ਮੰਤਰੀ ਨੇ ਕਦੀ ਹੇਟ ਸਪੀਚ ਨਹੀਂ ਕੀਤੀ? ਕੀ ਹੋਮ ਮਿਨਿਸਟਰ ਨੇ ਨਹੀਂ ਕੀਤੀ? ਸੂਬਿਆਂ ਦੇ ਮੁੱਖ ਮੰਤਰੀਆਂ ਨੇ ਨਹੀਂ ਕੀਤੀ? ਕਿਹਨੇ ਨਹੀਂ ਕੀਤੀ? ਸਭ ਨੇ ਕੀਤੀ ਆ। ਗੱਲ ਆ ਜਿਹਦੇ ਕੋਲ ਸੱਤਾ ਹੈ ਉਹਦਾ ਪਰਦਾ ਢਕਿਆ ਜਾਂਦਾ। ਯਾਨੀ ਕਿ ਜਿੱਦਾਂ ਕਹਿੰਦੇ ਆ ਕਿ ਆਮ ਜੀ ਕਹਾਵਤ ਆ, ਕਹਿੰਦੇ ਰਾਣੀ ਨੂੰ ਕੌਣ ਕਹੇਗਾ ਅੱਗਾ ਢਾ। ਇਸ ਕਰਕੇ ਪਰਮਿੰਦਰ ਉਹਨਾਂ ਦਾ ਢਕਿਆ ਜਾਂਦਾ ਕਿਉਂਕਿ ਉਹਨਾਂ ਕੋਲ ਸੱਤਾ ਹੈ। ਤੇ ਬਾਕੀਆਂ ਦਾ ਕਹਿੰਦੇ ਕਾਰਵਾਈ ਤਾਂ ਕਰਨੀ ਆ। ਜੋਸਫ ਸਾਹਿਬ ਇੱਕੋ ਹੀ ਕੰਮ ਕਰਨ, ਕਹਿਣ ਜੀ ਵੀ ਉੱਪਰੋਂ ਸ਼ੁਰੂ ਹੋ ਜਾਓ। ਪ੍ਰਧਾਨ ਮੰਤਰੀ ਤੋਂ ਹੁਣ ਤੱਕ ਲੈ ਕੇ ਕਿੰਨੀਆਂ ਉਹਨਾਂ ਦੀਆਂ ਹੇਟ ਸਪੀਚਾਂ ਨੇ। ਗੋਧਰਾ ਕੌਣ ਸੀ, ਕਿਹਦਾ ਕਰਕੇ ਵਾਪਰਿਆ ਤੇ ਕਿਉਂ ਵਾਪਰਿਆ, ਉੱਥੋਂ ਸ਼ੁਰੂਆਤ ਕਰ ਲਓ। 1984 ਚੱਕ ਲਓ ਕਿ ਕਾਂਗਰਸ ਨੇ ਕੀ ਕੁਛ ਕੀਤਾ ਸੀ ਦਿੱਲੀ 'ਚ ਸਿੱਖਾਂ ਦੇ ਨਾਲ। RSS ਤੇ BJP ਉਹਦੇ 'ਚ ਕਿੱਦਾਂ ਸ਼ਾਮਲ ਸੀ। ਸ਼ੁਰੂ ਕਰੋ ਉੱਥੋਂ, ਲਿਆਓ। ਜੇਲਾਂ ਘੱਟ ਪੈ ਜਾਣੀਆਂ, ਪੰਜਾਬ ਦੀ ਧਰਤੀ ਵੀ ਘੱਟ ਪੈ ਜਾਣੀ ਹੈ, ਜੰਗਲ ਵੀ ਘੱਟ ਪੈ ਜਾਣੇ। ਬੰਦ ਕਿੱਥੇ ਕਰਨੇ ਆ? ਹਾਲਾਤ ਇਹ ਆ। ਇਸ ਕਰਕੇ ਪਰਮਿੰਦਰ ਉਹਨਾਂ ਨੇ ਜਿਹੜਾ ਕੀ ਕਹਿੰਦੇ ਹੁੰਦੇ ਆ ਆਰਡਰ ਕੀਤਾ ਹੈ, ਆਰਡਰ ਉਹਨਾਂ ਦਾ ਵਧੀਆ ਹੈ, ਪਰ ਇੰਪਲੀਮੈਂਟ ਕਿਵੇਂ ਕਰਨਾ? ਜੱਜ ਨੇ ਆ ਕੇ ਕਿਸੇ ਨੂੰ ਫੜ ਕੇ ਹੱਥ ਘੜੀ ਨਹੀਂ ਲਾਉਣੀ ਹੈ। ਜੱਜ ਨੇ ਆ ਕੇ FIR ਨਹੀਂ ਦਰਜ ਕਰਨੀ ਹੈ। ਉਹ ਪੁਲਿਸ ਦਾ ਕੰਮ ਆ। ਤੇ ਪੁਲਿਸ ਜਿਨ੍ਹਾਂ ਦੀ ਹੈ, ਜੇ ਮੁੱਖ ਮੰਤਰੀ ਕਹੇਗਾ ਕਿ ਅਸੀਂ ਰਾਜ ਕਰਨਾ ਤੇ ਅਸੀਂ ਬਹੁ ਗਿਣਤੀ ਆ, ਅਸੀਂ ਬਹੁ ਗਿਣਤੀ 'ਚ ਆਉਂਦੇ ਆ ਤੇ ਰਾਜ ਅਸੀਂ ਕਰਨਾ, ਇਹ ਦੇਸ਼ ਸਾਡਾ ਹੈ, ਤੇ ਫਿਰ ਪਰਮਿੰਦਰ ਉਹਦੇ ਤੇ ਕਾਰਵਾਈ ਕੌਣ ਕਰੇਗਾ? ਕੋਈ ਕਾਰਵਾਈ ਨਹੀਂ ਹੋਣੀ, ਕੋਈ ਕੁਛ ਨਹੀਂ ਹੋਣਾ। ਟੰਗੇ ਕੌਣ ਜਾਣਗੇ? ਟੰਗੇ ਉਹ ਜਾਣਗੇ ਜਿਹਦਾ ਕੋਈ ਵਾਲੀ ਵਾਰਸ ਨਹੀਂ ਹੋਏਗਾ। ਹੁਣ ਜਿਵੇਂ ਇਹਨੇ ਪਾਸਟਰ ਅੰਕਰ ਨਰੂਲੇ ਨੇ ਵੀ ਆਖਿਆ ਕਿ ਬੇਅਦਬੀ ਅਸੀਂ ਨਹੀਂ ਕੀਤੀ, ਬੇਅਦਬੀ ਤਾਂ ਤੁਸੀਂ ਆਪ ਕਰ ਰਹੇ ਹੋ ਰੋਜ਼ ਇਹ ਚੀਜ਼ਾਂ ਕਰਕੇ। ਹੁਣ ਤੁਸੀਂ ਵੇਖੋ ਕਿ ਕਰੋਗੇ ਕੀ। ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਦੀ, ਹਰਿਮੰਦਰ ਸਾਹਿਬ ਦੇ ਮਾਡਲ ਦੀ ਜਿਹੜੀ ਹੈ ਬੇਅਦਬੀ ਹੋਈ ਹੈ। ਜਿਹੜਾ ਉਹ ਖੰਨਾ ਸੀ, ਕੀ ਨਾਂ ਸੀ, ਜਿਹਨੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ, BJP ਜਨਸੰਘ ਦਾ ਨੇਤਾ ਜਿਹਦਾ ਮਰਡਰ ਹੋ ਗਿਆ ਸੀ, ਉਹਦੇ ਉੱਤੇ ਅੱਜ ਤੱਕ ਦੋਸ਼ ਨੇ। ਸਿੱਖਾਂ ਨੂੰ ਇਹ ਗੱਲ ਚੁੱਭਦੀ ਹੈ, ਚੁੱਭਣੀ ਵੀ ਚਾਹੀਦਾ ਹੈ। ਰੰਝ ਰਹਿੰਦਾ ਕਿ ਦਰਬਾਰ ਸਾਹਿਬ ਦਾ ਮਾਡਲ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਉਹਦੀ, ਪਰ ਦਰਬਾਰ ਸਾਹਿਬ ਦਾ ਮਾਡਲ ਨੂੰ ਅੱਜ ਇੱਕ ਸਿੱਖ ਨੇ ਲੱਤਾਂ ਮਾਰੀਆਂ, ਤੋੜਿਆ। ਇਹ ਘਟਨਾ ਜਿਹੜੀ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਲਾਗੇ ਵਾਪਰੀ ਹੈ ਅਤੇ ਜਿਸ ਦੌਰਾਨ CCTV ਫੁਟੇਜ ਵੀ ਵਾਇਰਲ ਹੋਈ ਹੈ, ਜਿਸ ਦੇ ਵਿੱਚ ਇੱਕ ਦੁਕਾਨਦਾਰ ਜਿਹੜਾ ਖੁਦ ਸਿੱਖ ਹੈ, ਉਹ ਗੋਲਡਨ ਟੈਂਪਲ ਦਾ ਮਾਡਲ ਤੋੜਦਾ, ਉਹਨੂੰ ਠੋਕਰਾਂ ਮਾਰਦਾ, ਠੁੱਡੇ ਮਾਰਦਾ, ਅਤੇ ਨਿਹੰਗ ਸਿੰਘਾਂ ਨੇ ਗੋਲਡਨ ਟੈਂਪਲ ਮਾਰਕੀਟ ਦੇ ਸਾਹਮਣੇ ਦੁਕਾਨਦਾਰ ਅਤੇ ਉਸਦੇ ਬੇਟੇ ਦੇ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ, ਬੇਅਦਬੀ ਦਾ ਮਾਮਲਾ ਦਰਜ ਕਰਾ ਦਿੱਤਾ। ਪੁਲਿਸ ਨੇ ਕੇਸ ਦਰਜ ਕੀਤਾ। ਗੋਲਡਨ ਟੈਂਪਲ ਮਾਰਕੀਟ ਦੇ ਵਿੱਚ ਸ਼ਾਪ ਨੰਬਰ 102-3 ਦਾ ਮਾਲਕ ਹੈ ਕਸ਼ਮੀਰ ਸਿੰਘ ਅਤੇ ਉਸ ਦਾ ਬੇਟਾ। ਹੋਇਆ ਕੀ ਸੀਗਾ, ਗਲਿਆਰਾ ਚੌਕੀ ਦੇ ਵਿੱਚ FIR ਵੀ ਹੋ ਗਈ ਹੈ ਅਤੇ ਇਸ ਸੰਬੰਧੀ ਇਹ ਰਾਤ ਦੀ ਗੱਲ ਹੈ। ਕਸ਼ਮੀਰ ਸਿੰਘ ਆਪਣੀ ਦੁਕਾਨ 'ਤੇ ਸੀ, ਇੱਕ ਹਿੰਦੂ ਵਿਅਕਤੀ ਨੂੰ ਗੋਲਡਨ ਟੈਂਪਲ ਮਾਡਲ ਦੇਣ ਆਇਆ। ਕਸ਼ਮੀਰ ਸਿੰਘ ਦੀ ਦੁਕਾਨ 'ਤੇ ਕਿਸੇ ਹਿੰਦੂ ਨੇ ਮਾਡਲ ਤਿਆਰ ਕੀਤਾ ਸੀ, 12,000 ਰੁਪਏ 'ਚ ਮਾਡਲ ਤਿਆਰ ਕੀਤਾ। ਜਦੋਂ ਹਿੰਦੂ ਨੌਜਵਾਨ ਨੇ ਉਸ ਮਾਡਲ ਤਿਆਰ ਕਰਨ ਦਾ ਮੁਆਵਜ਼ਾ ਕੁਲਦੀਪ ਸਿੰਘ ਦੁਕਾਨਦਾਰ ਤੋਂ ਮੰਗਿਆ ਤਾਂ ਪੈਸੇ ਨੂੰ ਲੈ ਕੇ ਤੂੰ ਮੈਂ ਹੋ ਗਈ ਅਤੇ ਇਸ ਕਸ਼ਮੀਰ ਸਿੰਘ ਨੇ ਉਹ ਮਾਡਲ ਚਲਾ ਕੇ ਮਾਰਿਆ ਅਤੇ ਫਿਰ ਉਸ ਤੋਂ ਬਾਅਦ ਉਸ ਨੂੰ ਪੈਰਾਂ ਨਾਲ ਠੋਕਰਾਂ ਮਾਰ ਕੇ ਦੁਕਾਨ ਤੋਂ ਬਾਹਰ ਮਾਰਿਆ। ਸਿੱਖ ਲੋਕ ਵੇਖਦੇ ਸੀ, ਸਾਰੇ ਲੋਕ। ਉਹਨਾਂ ਨੇ ਫਿਰ ਗਲਿਆਰਾ ਚੌਂਕੀ ਦੇ ਵਿੱਚ ਸ਼ਿਕਾਇਤ ਦਰਜ ਕਰਾਤੀ ਹੈ। SGPC ਕੋਲ ਵੀ ਮਾਮਲਾ ਗਿਆ। SGPC ਨੇ ਵੀ ਇਸ ਘਟਨਾ ਦੀ ਨਿੰਦਾ
ਕੀਤੀ ਹੈ ਕਿ ਇਹ ਬੇਅਦਬੀ ਦੀ ਘਟਨਾ, ਇਸ 'ਤੇ ਕੋਈ ਜਿਹੜੀ ਹੈ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਪਰ SGPC ਖੁਦ ਇਹ ਕਦਮ ਨਹੀਂ ਉਠਾ ਰਹੀ। ਹੁਣ ਜੇ ਦੁਕਾਨਦਾਰ ਕਿਤੇ ਹਿੰਦੂ ਹੁੰਦਾ ਤੇ ਸੋਧਾ ਲੱਗ ਜਾਣਾ ਸੀ, ਪਰ ਦੁਕਾਨਦਾਰ ਕੁਲਦੀਪ ਸਿੰਘ ਖੁਦ ਸਿੱਖ ਹੈ, ਕੀ ਕਰੋਗੇ ਤੁਸੀਂ? ਜੀ ਸੁਰਿੰਦਰ, ਕੋਈ ਹੋਰ ਨਾਲ ਖਬਰ ਹੋਵੇ ਕਰੋ ਸਮਾਪਤੀਆਂ, ਫਿਰ ਬੁਲਾਈਏ ਫਤਿਹ। ਜੀ ਸੁਰਿੰਦਰ ਜੀ। ਸੁਰਿੰਦਰ ਦੇਖੋ, ਗੱਲ ਇਹ ਆ, ਸਿੱਖ ਹੋਵੇ, ਹਿੰਦੂ ਹੋਵੇ, ਕ੍ਰਿਸਚਨ ਹੋਵੇ, ਮੁਸਲਮਾਨ ਹੋਵੇ, ਗੱਲ ਉਹਦੀ ਨਹੀਂ, ਗੱਲ ਬੇਅਦਬੀ ਦੀ ਆ। ਬੇਅਦਬੀ ਕਿਉਂ ਹੋਵੇ? ਜਿਹੜਾ ਮਰਜੀ ਹੋਵੇ, ਜਿਹੜਾ ਬੇਅਦਬੀ ਕਰਨ ਵਾਲਾ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ। ਹੁਣ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਗੁਰੂ ਘਰ ਦੇ ਗ੍ਰੰਥੀਆਂ ਨੇ ਕੀਤੀ ਆ। ਕਾਰਨ ਸੁਰਿੰਦਰ ਬਾਈ ਜੀ ਆਪੇ ਚੋਂ ਬਾਹਰ ਹੁੰਦੇ ਨੇ ਲੋਕ, ਜਦੋਂ ਦੁਖੀ ਹੁੰਦੇ ਨੇ, ਪਾਗਲ ਹੁੰਦੇ ਨੇ। ਬਠਿੰਡੇ 'ਚ ਇੱਕ ਔਰਤ ਆ, ਉਸਨੇ ਆਪਣਾ ਇਕਲੌਤਾ 3-4 ਵਰ੍ਹਿਆਂ ਦਾ ਮੁੰਡੇ 'ਚ 26 ਚਾਕੂ ਮਾਰ ਕੇ ਮਾਰ ਦਿੱਤਾ, ਜੇਲ੍ਹ 'ਚ ਉਹ ਮੁੰਡਾ ਮਰ ਗਿਆ ਸਿਰਫ ਇਸੇ ਕਰਕੇ। ਉਹ ਕਹਿੰਦੀ ਨਹਾ ਕੇ ਸਕੂਲ ਜਾਓ, ਕਹਿੰਦਾ ਨਹੀਂ ਮੈਂ ਨਹਾਉਣਾ ਨਹੀਂ। ਵਾਸ਼ਰੂਮ ਦੇ ਵਿੱਚ ਕਤਲ ਕਰ ਦਿੱਤਾ ਉਸ ਔਰਤ ਨੇ। ਲੋਕਾਂ ਦਾ ਮੈਂਟਲ ਲੈਵਲ ਬਾਈ ਜੀ ਇਹ ਹੋ ਗਿਆ। ਹੁਣ ਰੌਲਾ ਕੀ ਸੀ? 12,000 ਰੁਪਏ 'ਚ ਡੀਲ ਹੋਈ ਸੀ ਉਸ ਮਾਡਲ ਨੂੰ ਬਣਾਉਣ ਦੀ। ਇਹਨੇ ਉਹ 'ਚੋਂ 5-4 ਹਜ਼ਾਰ ਰੁਪਈਆ ਕਮਾਉਣਾ ਹੋਊਗਾ। ਉਹ ਜਦੋਂ ਉਹਨੇ ਪੈਸੇ ਮੰਗੇ ਮਿਹਨਤਾਂ ਨਾਲ, ਕੁਲਦੀਪ ਸਿੰਘ ਕਹਿੰਦਾ ਮੈਂ ਦਿੰਦਾ ਨਹੀਂ, ਅਤੇ ਤੈਸ਼ ਆਇਆ, ਉਹ ਕਹਿੰਦਾ ਉਹ ਲੈ ਜਾ ਚੱਕ ਕੇ ਮਾਡਲ ਆਪਣਾ, ਮੈਂ ਕੀ ਸਿਰ ਮਾਰਨਾ। ਭਗਾ ਕੇ ਮਾਰਿਆ ਅਤੇ ਫਿਰ ਚੱਕ ਕੇ ਲੱਤਾਂ ਮਾਰ ਕੇ, ਠੁੱਡੇ ਮਾਰ ਕੇ ਦੁਕਾਨ ਤੋਂ ਬਾਹਰ ਮਾਰਿਆ। ਕੀ ਕਰੋਗੇ? ਪੈਸੇ ਦੀ ਪੂਤ ਹੈ ਦੁਨੀਆ ਬਾਈ ਜੀ। ਲੋਕ ਆਪੇ ਤੋਂ ਬਾਹਰ ਨੇ। ਲੋਕ ਆਪਣੇ ਪੁੱਤਰਾਂ ਧੀਆਂ ਨੂੰ ਮਾਰ ਦਿੰਦੇ ਨੇ, ਪਿਓਆਂ ਨੂੰ ਮਾਰ ਦਿੰਦੇ ਨੇ। ਉਸ ਮਾਮਲੇ 'ਚ ਲੋਕ ਵੇਖਦੇ ਨਹੀਂ ਕਿ ਅਸੀਂ ਕਰ ਕੀ ਰਹੇ ਹਾਂ। ਲੋਕਾਂ ਨੂੰ ਜਨੂੰਨ ਇੰਨਾ ਚੜ੍ਹਿਆ, ਗੁੱਸਾ ਇੰਨਾ ਚੜ੍ਹਿਆ, ਕਿਸੇ ਨੂੰ ਧਰਮ ਦਾ, ਕਿਸੇ ਨੂੰ ਮਾਇਆ ਦਾ। ਕਮਾਲ ਹੀ ਹੈ। ਜੀ ਸੁਰਿੰਦਰ ਜੀ, ਕਰੋ ਸਮਾਪਤੀਆਂ, ਕੋਈ ਹੋਰ ਅਪਡੇਟ ਹੋਵੇ ਤਾਂ ਜੀ। ਪਰਮਿੰਦਰ, ਗੱਲ ਇਹ ਆ ਕਿ ਲੋਕ ਆਪੇ ਤੋਂ ਬਾਹਰ ਹੋਣ। ਗੱਲ ਇਹ ਆ ਕਿ ਅਸੀਂ ਪੈਸੇ ਦੇ ਪੁੱਤ ਬਣ ਗਏ ਆ। ਜਦੋਂ ਪੈਸੇ ਦੇ ਪੁੱਤ ਬਣ ਗਏ ਤੇ ਫਿਰ ਧਰਮ ਤਾਂ ਰਹਿ ਗਿਆ ਸਾਈਡ ਤੇ। ਧਰਮ ਵਾਲੀ ਤਾਂ ਗੱਲ ਹੀ ਕੋਈ ਨਹੀਂ ਰਹਿ ਗਈ। ਅਧਰਮ ਹੋ ਗਿਆ ਸਾਰੇ। ਯਾਨੀ ਕਿ ਸਾਡੇ ਕੋਲ ਇੱਕੋ ਹੀ ਹੈ ਕਿ ਸਾਨੂੰ ਪੈਸਾ ਚਾਹੀਦਾ, ਬਾਕੀ ਸਾਰਾ ਕੁਝ ਖੂਹ ਖਾਤੇ ਅਸੀਂ ਪਾ ਦਿੰਦੇ ਹਾਂ। ਮਿੰਟਾਂ ਸਕਿੰਟਾਂ 'ਚ ਅਸੀਂ ਰੋਲਣ ਲੱਗੇ, ਦੇਰ ਨਹੀਂ ਲਾਉਂਦੇ। ਇਸੇ ਕਰਕੇ ਹੀ ਜਿਸ ਮਰਜ਼ੀ ਪਰਿਵਾਰ ਨੂੰ ਛੇੜ ਲਓ, ਜਿਸ ਮਰਜ਼ੀ ਪਰਮਿੰਦਰ ਘਰ ਨੂੰ ਛੇੜ ਲਓ, ਜਿਹੜਾ ਵਿਅਕਤੀ ਛੋਟਾ ਉਹ ਘੱਟ ਦੁਖੀ, ਜਿੰਨਾ ਵੱਡਾ ਓਨਾ ਹੀ ਵੱਧ ਤੋਂ ਵੱਧ ਦੁਖੀ ਤੁਰਿਆ ਜਾਂਦਾ। ਜਿਹਨੂੰ ਮਰਜ਼ੀ ਛੇੜ, ਹਰ ਬੰਦਾ ਦੁਖੀ ਦਿਖਦਾ ਤੁਹਾਨੂੰ, ਸੁਖੀ ਤੁਹਾਨੂੰ ਕੋਈ ਨਹੀਂ ਦਿਖਾਈ ਦੇ, ਜਿਹੜੇ ਬੰਦੇ ਨੂੰ ਮਰਜ਼ੀ ਤੁਰ। ਇਸ ਕਰਕੇ ਪਰਮਿੰਦਰ ਕਿਤੇ ਨਾ ਕਿਤੇ ਆਪਣਾ ਆਪ ਸੁਧਾਰਨ ਦੀ ਜਿਹੜੀ ਜ਼ਰੂਰਤ ਹੈ। ਆਖਰੀ ਵੱਲ ਨੂੰ ਚੱਲ ਵਧੀਏ। ਪਰਮਿੰਦਰ ਦੇਖੋ, ਹੁਣ ਰਾਮ ਰਹੀਮ ਬਾਹਰ ਆਇਆ, ਪਰੋਲ ਤੇ ਲਿਆਂਦਾ। ਹਰਿਆਣਾ ਸਰਕਾਰ ਨੂੰ ਉਹਦੀ ਜ਼ਰੂਰਤ ਆ, BJP ਨੂੰ, ਉਹਨਾਂ ਲੈ ਆਂਦਾ, ਠੀਕ ਆ, ਬੈਠ ਜਾਂਦਾ, ਆਨਲਾਈਨ ਕਰੀ ਜਾਂਦਾ, ਪ੍ਰਵਚਨ ਕਰੀ ਜਾਂਦਾ, ਲੋਕ ਸੁਣੀ ਜਾਂਦੇ। BJP ਜ਼ਿਆਦਾ ਸੁਣਦੀ ਆ। ਹੁਣ ਵੱਡੀ ਗੱਲ ਤੇ ਹੈ ਕਿ ਦੇਖੋ, ਉਹਨਾਂ ਦਾ ਮੇਨ ਡੇਰਾ ਜਿਹੜਾ ਉਹ ਹੈਗਾ ਸਿਰਸੇ ਦੇ ਵਿੱਚ, ਦੂਜਾ ਸਲਾਬਤਪੁਰਾ ਡੇਰਾ ਉਹਨਾਂ ਦਾ ਬਠਿੰਡੇ 'ਚ ਹੈ। ਹੁਣ ਉਹ ਜਿਹੜਾ ਸਿਰਸੇ ਵਾਲਾ ਮੇਨ ਆ, ਓਡਾ ਡੇਰਾ ਹੀ ਉਹ ਸੁਨਾਮ 'ਚ ਬਣਾਉਣ ਜਾ ਰਹੇ ਆ। ਇਹਦੇ ਤੇ ਵਿਵਾਦ ਖੜਾ ਹੋਏਗਾ। ਪੰਜਾਬ ਸਰਕਾਰ ਨੂੰ ਇਹ ਸਾਰਾ ਕੁਝ ਸਾਂਭਣਾ ਔਖਾ ਹੋ ਜਾਣਾ, ਕਿਉਂਕਿ BJP ਇਹ ਡੇਰੇ ਦੇ ਪਿੱਛੇ ਖੜੂਗੀ ਜੀ। BJP ਖੜੂਗੀ, ਲਾਲਾ ਹੋਊਗੀ, ਸਿੱਖ ਡਾਂਗਾ ਚੱਕ ਕੇ ਤੁਰਨਗੇ ਕਿ ਅਸੀਂ ਨਹੀਂ ਬਣਨ ਦੇਣਾ, ਨਾਮ ਚਰਚਾ ਘਰ ਅਸੀਂ ਤਾਂ ਬੰਦ ਕਰਾਉਣੇ ਆ। ਲਾਲਾ ਹੋਏਗੀ, ਲਾਲਾ ਤੋਂ ਕੰਮ ਵਧੇਗਾ, ਡਾਂਗ ਸੋਟੇ ਤੱਕ, ਡਾਂਗ ਸੋਟੇ ਤੋਂ ਇੱਕ ਦੂਸਰੇ ਦੇ ਗਲ ਪੈਣ ਤੱਕ ਜਾਊਗੀ। ਗੱਲ ਇੰਨੀ ਕੁ ਵੱਧ ਜਾਏਗੀ ਕਿ ਕਾਨੂੰਨ ਵਿਵਸਥਾ ਜਿਹੜੀ ਆ ਉਹ ਸਟੇਟ ਦੀ ਹੱਥ ਚੋਂ ਨਿਕਲ ਜਾਏਗੀ। ਯਾਨੀ ਕਿ ਜਿਹੜੇ ਬੰਦੇ ਨੂੰ ਤੋਰਿਆ, ਯਾਨੀ ਕਿ ਕੁੱਲ ਮਿਲਾ ਕੇ ਇਹ ਆ ਕਿ ਭਾਂਬੜ ਮਚਾਉਣਾ ਤੇ ਭਾਂਬੜ ਮਚਾਉਣ ਦੀ ਪੂਰੀ ਤਿਆਰੀ ਜਿਹੜੀ ਆ ਉਹ ਕਰ ਲਈ ਗਈ ਹੈ। ਜੀ, ਕਿਸਾਨਾਂ ਨੇ ਮੋਰਚਾ ਪੱਕਾ ਕਰਤਾ, ਕੀ ਲੱਗਦਾ ਹੈ ਕੀ ਨਿਬੜੂ? ਨਿਬੜਨਾ ਕੁਛ ਨਹੀਂ ਪਰਮਿੰਦਰ, ਠੀਕ ਆ, ਲੱਗਣਾ ਚਾਹੀਦਾ ਸੀ। ਮੈਂ ਤਾਂ ਉਹਦੀ ਫੇਵਰ 'ਚ ਹਾਂ ਤੇ ਲੱਗਿਆ ਵੀ ਉਸ ਧਿਰ ਦਾ ਜਿਹੜੀ ਧਿਰ ਜਲਦੀ ਕੀਤੇ, ਜਿਹੜੀ ਝੁਕਦੀ ਨਹੀਂ ਹੁੰਦੀ। ਤੇ ਚੰਗੀ ਗੱਲ ਆ। ਹੁਣ ਪਤਾ ਲੱਗ ਜੂਗਾ ਭਗਵੰਤ ਮਾਨ ਨਾਲ ਹੀ ਗੋਡਰੀਆਂ ਭਗਵੰਤ ਮਾਨ ਦੇ ਰਾਘਵ ਚੱਡਾ ਤੇ ਕੇਜਰੀਵਾਲ ਦੀਆਂ ਲੱਗਦੀਆਂ ਜਾਂ ਜੋਗਿੰਦਰ ਸਿੰਘ ਬਰਾਹਾਂ ਦੀਆਂ ਲੱਗਦੀਆਂ। ਹੁਣ ਨਿਰਣਾ ਹੋ ਜੂਗਾ। ਜਿਹੜੀ ਇੱਕ ਧਿਰ ਦੀਆਂ ਗੋਡਰੀਆਂ ਲੱਗਣਗੀਆਂ ਉਹ ਦੇਖ ਲਿਓ ਕਿ ਉਹ ਦੁਬਾਰਾ ਦੂਸਰੀ ਨੂੰ ਟੱਕਰ ਨਹੀਂ ਦੇ ਸਕੇਗੀ। ਜੇ ਤਾਂ ਜੋਗਿੰਦਰ ਸਿੰਘ ਬਰਾਹਾਂ ਜਿੱਤ ਕੇ ਨਿਕਲਦਾ ਇੱਥੋਂ ਤਾਂ ਫਿਰ ਸੂਬਾ ਸਰਕਾਰ ਨੂੰ ਜਦੋਂ ਇੱਕ ਦਬਕਾ ਮਾਰਿਆ ਕਰੂਗਾ, ਨੰਗੇ ਪੈਰੀ ਭੱਜੀ ਫਿਰਿਆ ਕਰੇਗੀ। ਤੇ ਜੇ ਜੋਗਿੰਦਰ ਸਿੰਘ ਬਰਾਹਾਂ ਬਗੈਰ ਕਿਸੇ ਗੱਲ ਤੋਂ ਧਰਨਾ ਚੱਕਣਾ ਪੈ ਗਿਆ ਤਾਂ ਫਿਰ ਜੋਗਿੰਦਰ ਸਿੰਘ ਬਰਾਹਾਂ ਦੀ ਜਲਦੀ ਕਿਤੇ ਸਰਕਾਰ ਨਹੀਂ ਸੁਣੇਗੀ। ਯਾਨੀ ਕਿ ਹੁਣ ਜਿੱਦਾਂ ਕੀ ਕਹਿੰਦੇ ਹੁੰਦੇ ਭਲਵਾਨ ਹੁੰਦੇ ਨਾ, ਇੱਕ ਪਿੰਡ 'ਚ ਕੋਈ
ਕੁਸ਼ਤੀਆਂ ਦਾ ਕੁਸ਼ਤੀਆਂ ਹੋਣ, ਕਹਿੰਦੇ ਹੁੰਦੇ ਕੋਈ ਗੱਲ ਨਹੀਂ, ਬਰਾਬਰ ਛੁੱਟ ਗਏ, ਕੋਈ ਗੱਲ ਨਹੀਂ, ਪਰਸੋਂ ਨੂੰ ਦੂਜੇ ਪਿੰਡ ਆ ਉੱਥੇ ਦੇਖਾਂਗੇ। ਫਿਰ ਕਹਿੰਦੇ ਅਗਲੇ ਪਿੰਡ ਆ ਜਿੱਦਣ ਆਖਰੀ ਹੁੰਦੀ ਹੈ ਨਾ, ਕਹਿੰਦੇ ਵੀ ਹੁਣ ਇਸ ਸੀਜ਼ਨ ਦੀਆਂ ਕੁਸ਼ਤੀਆਂ ਜਿਹੜੀਆਂ ਉਹਦੀ ਆਖਰੀ ਕੁਸ਼ਤੀ ਆ, ਅੱਜ ਅੰਨਾ ਬੰਨਾ ਲਾਉਣਾ, ਬਰਾਬਰ ਕੁਸ਼ਤੀ ਕੋਈ ਨਹੀਂ ਛਡਾਉਣੀ, ਅੱਜ ਜਿੱਤ ਹਾਰ ਦਾ ਫੈਸਲਾ ਕਰਕੇ ਜਾਣਾ। ਜਾਨੀ ਕਿ ਹੁਣ ਜਿੱਤ ਹਾਰ ਦਾ ਫੈਸਲਾ ਹੋਣਾ, ਇਹ ਮੌਕਾ ਦੱਸੂਗਾ ਕਿ ਦੋਵਾਂ ਧਿਰਾਂ 'ਚ ਜਿੱਤ ਦੀ ਕਿਹੜੀ। ਜੀ ਜੀ ਬਿਲਕੁਲ, ਦੋਹੀਂ ਦਿਲੀ ਮੁਕਾਬਲਾ, ਰਣ ਸੂਰੇ ਗੜਕਣ। ਸੋ ਸੁਰਿੰਦਰ ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸੋ ਦੋਸਤੋ, ਇਸ ਦੇ ਨਾਲ ਹੀ ਪਰਮਿੰਦਰ ਟਿਵਾਣਾ ਨੂੰ ਵੀ ਦਿਓ ਇੱਥੇ ਹੀ ਆ ਗਿਆ। ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ TV ਤੇ ਰੇਡੀਓ ਦੇ ਨਾਲ।